कहती है शादी की रात इसने मेरा ऐसे मुआयना किया कि तू कुंवारी है। मैं कहती मैंने इनकी फैमिली को कहा कि अब तुमने मेरा तो इसने मुआवना कर लिया, ये फिजिकली फिट नहीं है, इसका कौन करेगा। कि वो मैनू दवाइयां वगैरह खवाउण नूं कहंदे पए ने। हाँ जी, किस चीज़ की दवाई खाने ਨੂੰ ਕਹਿੰਦੇ ਸੀ मैं सर उदां ही मतलब फिजिकल तौर ते फिट नहीं सीगा जी। ਉਹ ਦੀ ਘਟਨਾ ਕਿੰਨੇ ਅੰਜਾਮ ਦਿੱਤਾ, ਤੁਹਾਡੇ ਹਸਬੰਡ ਨੇ ਦਿੱਤਾ ਕਿਸੇ ਹੋਰ ਪਰਿਵਾਰ ਨੇ? नहीं उन्हें नहीं कीता है। पहला मेरे इत्थे मतलब पहला थप्पड़ मारे मेरे, ते थप्पड़ मारन तो बाद गालां गूलां कड्ढियां आ। ਪੁਲਿਸ ਦੀ ਜਿਹੜੀ ਕਾਰਵਾਈ ਉਹ ਤੁਸੀਂ ਸੈਟੀਸਫਾਈ ਹੈਗੇ? ਤੇ ਉਸ ਜਿਹੜੀਆਂ ਗੱਲਾਂ ਮਤਲਬ ਲਿਖਿਆ ਤਾਂ ਸਾਰਾ ਕੁਝ ਉਹੀ ਹੈ, ਪਰ ਉਹਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਉਹਦੇ ਵਿੱਚ ਐਡ ਨਹੀਂ ਕੀਤੀਆਂ ਗਈਆਂ। ਜੀ ਜੀ, ਜਾਣੀ ਕਿ ਬਹੁਤ ਚਾਵਾਂ ਦੇ ਨਾਲ ਪਾਲੀ ਸੀ ਬੇਟੀ, ਇਹ ਸਾਰੇ ਹੀ ਪਾਲਦਿਆਂ ਧੀਆਂ ਨੂੰ, ਪਰ ਇਹ ਜਿਹੀ ਮੇਰੀ ਧੀ ਨਾ ਹੋਈ ਹੈ, ਪਰ ਕਿਸੇ ਦੀ ਧੀ ਨਾਲ ਨਾ ਹੋਵੇ। ਮੈਂ ਤਾਂ ਬਸ ਇਹੀ ਹੱਥ ਜੋੜਦੀ ਆਂਗੀ। ਪੁਲਿਸ ਕਿਤਨੇ ਦੇ ਢਿੱਲੀ ਨਜ਼ਰ ਆਈ ਹੈ। ਪੁਲਿਸ ਨੇ ਉਸ ਤਰੀਕੇ ਦੇ ਬਿਆਨ नहीं लिखे जो लड़की ने लिखवाए गए ने। चूड़ा डाला हुआ है लड़की ने, 1 महीने की शादी, तेजाब डाल दिया गया। और देखिए कोई पॉलिटिकल नुमाइंदा उसका हाल पूछने नहीं आया। क्या सिर्फ वोटों के लिए ही रह गई हैं ये हमारी वुमेन्स और बच्चियाँ? ਵੀਡੀਓ ਬਣਾਈ ਹੈ ਲੜਕੀ ਦੇ, ਜਿਹੜੀ ਵੀਡੀਓ ਬਣਾਈ ਹੈ ਜੀ, ਉਹ ਵੀਡੀਓ ਦਿਖਾਉਣ ਸਾਨੂੰ ਵੀ ਆਹ ਲੜਕੀ ਬੋਲਦੀ, ਜਿਹੜੇ ਉਹ ਬਿਆਨ ਉਹਦੇ ਨਾਲ ਮੈਚ ਕਰਦੇ, ਅਸੀਂ ਰਿਸੈਪਟ ਕਰਦੇ ਹਾਂ, ਸਾਡੇ ਤੋਂ ਸਾਈਨ ਕਰਾਏ। ਤੇ ਉਹਨਾਂ ਨੇ ਲਿਖਿਆ ਹੈਗਾ ਵੀ ਇਹਨਾਂ ਨੂੰ ਕਾਪੀ ਦੇ ਦਿੱਤੀ ਗਈ ਹੈ, ਲੇਕਿਨ ਕੋਈ ਨਹੀਂ ਸਾਨੂੰ ਕਾਪੀ ਦਿੱਤੀ। ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਣੇ, ਇੱਥੇ ਸਭ ਕੁਝ ਉਲਟ ਹੋਇਆ ਲੱਗਦਾ ਹੈ। ਉਲਟ ਹੋਇਆ ਨਹੀਂ, ਹੋ ਰਿਹਾ, ਹਰ ਜਗ੍ਹਾ ਤੇ ਹੀ ਹੋ ਰਿਹਾ। ਕਿੰਨੀਆਂ ਔਰਤਾਂ ਵਿਚਾਰੀਆਂ ਸਾਡੇ ਕੋਲ ਆ ਹੀ ਨਹੀਂ ਪਾਉਂਦੀਆਂ, ਸਮਾਜ ਦਾ ਡਰ, ਇਹ ਦੁੱਖ ਸੋਚ ਕੇ ਕਿ ਸ਼ਾਇਦ ਰੱਬ ਨੇ ਸਾਡੀ ਕਿਸਮਤ ਵਿੱਚ ਇਹ ਲਿਖਿਆ ਹੈ। ਤੇ ਔਰਤਾਂ ਬਹੁਤ ਸਾਰੀ ਵੂਮਨ ਕਮਿਊਨਿਟੀ ਰੋ ਰਹੀ ਹੈ, ਕਿਤੇ ਨਾ ਕਿਤੇ ਸਮਾਜ ਔਰ ਸੁਸਾਇਟੀ ਤੇ ਜ਼ਿੰਮੇਦਾਰ ਹੈ। ਮੈਨੂੰ ਇਹ ਲੱਗਦਾ ਹੈ ਦੇਸ਼ ਵਿਦੇਸ਼ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅਸੀਂ ਅਕਸਰ ਦੇਖਦੇ ਹਾਂ ਜਿਹੜੀਆਂ ਧੀਆਂ ਨੇ ਉਹ ਦਾਜ ਦੀ ਬਲੀ ਚੜ੍ਹਦੀਆਂ ਆਉਂਦੇ ਨੇ, ਪਰ ਕੁਝ ਕਾਰਨ ਅਜਿਹੇ ਬਣ ਜਾਂਦੇ ਨੇ ਜਿਸ ਕਰਕੇ ਜਿਹੜੀਆਂ ਸਾਡੀਆਂ ਧੀਆਂ ਜੰਮਣ ਤੋਂ ਡਰਦੇ ਨੇ, ਕਿਉਂਕਿ ਜਦੋਂ ਵਿਆਹ ਹੋ ਜਾਂਦਾ ਤਾਂ ਕਈ ਵਾਰ ਪਰਿਵਾਰ ਅਜਿਹਾ ਨਹੀਂ ਮਿਲਦਾ ਜਿਹੜਾ ਸਾਡੀਆਂ ਧੀਆਂ ਨੂੰ ਸੁੱਖ ਦੇ ਸਕੇ। ਤੇ ਅਜਿਹਾ ਵਾਕਿਆ ਲੁਧਿਆਣਾ ਵਿੱਚ ਵਾਪਰੇ ਤਾਂ ਹੈਬੋਵਾਲ ਦੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਦੇ ਨਾਲ ਅਜਿਹੀ ਹਰਕਤ ਕੀਤੀ ਗਈ ਹੈ, ਤੇਜ਼ਾਬ ਪਾ ਕੇ ਸੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਅਮਨ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਵੀ ਆਖਿਰਕਾਰ ਕੀ ਕਾਰਨ ਹੋਇਆ ਵੀ ਇੱਥੋਂ ਤੱਕ ਸਹੁਰੇ ਪਰਿਵਾਰ ਨੂੰ ਕਦਮ ਚੁੱਕਣਾ ਗਿਆ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਪਤਾ ਲੱਗਿਆ ਵੀ ਤੁਹਾਡਾ ਜਨਵਰੀ ਵਿੱਚ ਵਿਆਹ ਹੋਇਆ ਸੀ, ਫਰਵਰੀ ਦੇ 1 ਮਹੀਨੇ ਦੇ ਅੰਦਰ ਇਸ ਤਰੀਕੇ ਦਾ ਜਿਹੜਾ ਵਾਕਿਆ ਵਾ ਪਰਿਵਾਰ ਵੱਲੋਂ ਕੀਤਾ ਗਿਆ। ਕੀ ਕਾਰਨ ਸੀ, ਲੜਾਈ ਕਿਸ ਚੀਜ਼ ਦੀ ਸੀਗੀ? ਸਰ ਉਹ ਮਤਲਬ ਠੀਕ ਨਹੀਂ ਸੀਗਾ ਲੜਕਾ ਜੀ, ਤੇ ਉਹ ਇੱਦਾਂ ਲੱਗ ਰਿਹਾ ਸੀ ਜਿਵੇਂ ਉਹਦਾ ਧੱਕੇ ਨਾਲ ਵਿਆਹ ਕੀਤਾ ਹੁੰਦਾ ਆ। ਤੇ ਸਾਡੇ ਕੋਲ ਜਿੱਦਾਂ ਇੱਥੇ ਆਏ ਸੀਗੇ ਉਸ ਟਾਈਮ ਵੀ ਮਤਲਬ ਕੋਈ ਖੁਸ਼ ਨਹੀਂ ਸੀਗੇ। ਸਾਡੇ ਕੋਲ ਸਾਰੀਆਂ ਫੋਟੋਆਂ ਪਈਆਂ ਨੇ, ਤੁਸੀਂ ਪਿੰਡ ਤੋਂ ਵੀ ਇੱਥੋਂ ਪਤਾ ਕਰ ਸਕਦੇ ਹੋ ਕਿ ਉਹ ਮਤਲਬ ਮੁੰਡਾ ਬਿਲਕੁਲ ਖੁਸ਼ ਨਹੀਂ ਸੀਗਾ। ਤੇ ਉਹ ਘਰ ਜਾ ਕੇ ਵੀ ਸਰ ਮੈਨੂੰ ਕੋਈ ਬੁਲਾਉਂਦਾ ਨਹੀਂ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ ਇਹ ਗੱਲ ਆਪਦੀ ਨਣਦ ਨੂੰ ਦੱਸੀ। ਹਾਂਜੀ, ਉਸ ਤੋਂ ਬਾਅਦ ਮੈਂ ਜਦੋਂ ਉਹ ਨਣਦ ਨੇ ਮੈਂ ਉਹਨਾਂ ਨਾਲ ਗੱਲ ਕੀਤੀ, ਆਪਣੀ ਸੱਸ ਨਾਲ ਗੱਲ ਕੀਤੀ ਕਿ ਇੱਦਾਂ ਦਾ ਕਰਕੇ ਗੱਲ ਆ। ਉਹ ਮੈਨੂੰ ਬਹੁਤ ਜ਼ਿਆਦਾ ਤੰਗ ਕਰਨ ਲੱਗ ਗਏ ਸੀਗੇ। ਫਿਰ ਮੈਂ ਉਹਨਾਂ ਨੂੰ ਆਪਣੀ ਸੱਸ ਨੂੰ ਦੱਸਿਆ ਇੱਦਾਂ ਕਰਕੇ। ਫਿਰ ਜਦੋਂ ਬਹੁਤ ਹੀ ਜ਼ਿਆਦਾ ਤੰਗ ਕਰਨ ਲੱਗ ਗਏ, ਫਿਰ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਕਿ ਇੱਦਾਂ ਕਰਕੇ ਗੱਲ ਆ, ਕਿ ਉਹ ਮੈਨੂੰ ਦਵਾਈਆਂ ਵਗੈਰਾ ਖਵਾਉਣ ਨੂੰ ਕਹਿੰਦੇ ਪਏ ਨੇ। ਹਾਂਜੀ, ਕਿਸ ਚੀਜ਼ ਦੀ ਦਵਾਈ ਖਾਣ ਨੂੰ ਕਹਿੰਦੇ ਸੀ? ਮੈਂ ਸਰ ਉੱਦਾਂ ਹੀ ਮਤਲਬ ਫਿਜ਼ੀਕਲ ਤੌਰ ਤੇ ਫਿਟ ਨਹੀਂ ਸੀਗਾ ਜੀ ਉਹ। ਜੀ, ਤੁਹਾਨੂੰ ਗੱਲ ਕੀਤੀ ਹੈ ਜਿਹੜਾ ਵਿਆਹ ਤੁਹਾਡਾ ਪਰਿਵਾਰ ਦੀ ਮਰਜ਼ੀ ਨਾਲ ਹੋਇਆ ਸੀਗਾ ਜੀ? ਹਾਂਜੀ ਸਰ, ਮੇਰੇ ਖੁਦ ਫੁੱਫੜ ਜੀ ਨੇ ਕਰਵਾਇਆ ਜੀ। ਹਾਂਜੀ। ਵਿਆਹ ਤੋਂ ਪਹਿਲਾਂ ਮੰਗਣੀ ਵਗੈਰਾ ਜਾਂ ਰੋਕਾ ਵਗੈਰਾ ਕਿੰਨਾ ਟਾਈਮ ਪਿਆ ਸੀ ਤੁਹਾਡੇ ਦੇਖ ਰੇਖ ਨੂੰ? 2 ਮਹੀਨੇ ਪਏ ਆ ਜੀ। ਹਾਂਜੀ, 2 ਮਹੀਨੇ ਉਹਨਾਂ ਨੇ ਰੋਕੇ ਦੇ ਵਿੱਚ ਆਪਾਂ ਪਾਏ ਸੀਗੇ ਵਿਆਹ ਤੋਂ ਲੈ ਕੇ। ਤੇ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਮਤਲਬ ਮੈਨੂੰ ਕੋਈ ਫੋਨ ਨਹੀਂ, ਕੋਈ ਮੈਸੇਜ, ਮਤਲਬ ਕਿ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਜੀ ਉਸ ਲੜਕੇ ਨੇ। ਹਾਂਜੀ,
ਤਾਂ ਕਲੇਸ਼ ਕਿਸ ਚੀਜ਼ ਦਾ ਸੀਗਾ? ਤੁਹਾਡੇ ਫੁੱਫੜ ਜੀ ਨੇ ਪਹਿਲਾਂ ਸਾਨੂੰ ਜਾਣਕਾਰੀ ਦੇ ਸੀ ਵੀ ਸ਼ਾਮ ਨੂੰ ਤੁਹਾਨੂੰ ਇੱਥੋਂ ਲੈ ਕੇ ਗਏ ਸੀ ਤੇ ਉਸੇ ਸ਼ਾਮ ਹੀ ਰਾਤ ਨੂੰ ਤੁਹਾਡੇ ਤੇ ਤੇਜ਼ਾਬ ਹੋਣ ਦੀ ਕੋਸ਼ਿਸ਼ ਕੀਤੀ। ਕੀ ਗੱਲ ਹੋਈ ਸੀ ਉਸ ਦਿਨ? ਉਸ ਦਿਨ ਸਰ ਜਿੱਦਣ ਮੈਨੂੰ ਲੈ ਕੇ ਗਏ ਆ ਉਸ ਦਿਨ ਵੀ ਮੁੰਡਾ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀਗਾ। ਉਹਨੇ ਮੈਨੂੰ ਬਿਲਕੁਲ ਵੀ ਮੇਰੇ ਵੱਲ ਦੇਖਿਆ ਤੱਕ ਨਹੀਂ। ਮੈਂ ਉਹਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਈ, ਉਹ ਮੁੰਡੇ ਨੇ ਮੇਰੀ ਸਤਿ ਸ਼੍ਰੀ ਅਕਾਲ ਵੀ ਕਬੂਲ ਨਹੀਂ ਕੀਤੀ, ਮੇਰੇ ਵੱਲ ਦੇਖਿਆ ਤੱਕ ਨਹੀਂ ਹੈਗਾ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਜਦੋਂ ਗੱਡੀ ਦੇ ਵਿੱਚ ਵੀ ਬੈਠਿਆ ਵਾ ਵਿਚਾਲੇ ਮੰਮੀ ਨੂੰ ਬਿਠਾ ਕੇ ਸਾਈਡ ਤੇ ਆਪ ਬੈਠ ਗਿਆ ਆ। ਤੇ ਸਰ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ। ਘਰੇ ਜਾ ਕੇ ਵੀ ਮੈਨੂੰ ਕਹਿੰਦਾ ਤੈਨੂੰ ਦੱਸਦਾ ਪਤਾ। ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ, ਮੈਂ ਕਿਹਾ ਵੀਰੇ ਇੱਦਾਂ ਦਾ ਕਰਕੇ ਕਹਿੰਦਾ, ਮੈਂ ਉਹਨੂੰ ਮੈਸੇਜ ਕੀਤਾ ਮੈਂ ਹੈਪੀ ਨੂੰ, ਤੇ ਇਹ ਕਹਿੰਦਾ ਕੋਈ ਗੱਲ ਨਹੀਂ ਇੱਦਾਂ ਹੀ ਮਜ਼ਾਕ ਕਰਦਾ ਹੋਣਾ ਵਾ, ਕੋਈ ਕਹਿੰਦਾ ਤੂੰ ਚੁੱਪ ਰਹੀ ਕੁਛ ਨਹੀਂ ਹੁੰਦਾ। ਤੇ ਇੱਦਾਂ ਹੀ ਬਸ ਉਸ ਤੋਂ ਬਾਅਦ ਸ਼ਾਮ ਬਸ ਰਾਤ ਨੂੰ ਜਦੋਂ ਮੈਂ ਰੋਟੀ ਪਾਣੀ ਬਣਾਇਆ ਆ ਤੇ ਉਦੋਂ ਹੀ ਬਸ ਪੁੱਠਾ ਸਿੱਧਾ ਬੋਲਣ ਲੱਗ ਗਿਆ, ਗੁੱਸਾ ਕਰਨ ਲੱਗ ਗਿਆ ਬਹੁਤ ਜ਼ਿਆਦਾ ਜੀ ਕਿ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਹੋ, ਵੈਸੇ ਤੁਹਾਡੇ ਪੱਲੇ ਕੱਖ ਨਹੀਂ ਹੈਗਾ। ਤੇਜ਼ਾਬ ਹੋਣ ਦੀ ਘਟਨਾ ਕਿੰਨੇ ਅੰਜਾਮ ਦਿੱਤਾ? ਤੁਹਾਡੇ ਹਸਬੈਂਡ ਨੇ ਦਿੱਤਾ ਕਿਸੇ ਹੋਰ ਪਰਿਵਾਰ ਨੇ? ਨਹੀਂ ਉਹਨੇ ਨਹੀਂ ਕੀਤਾ ਆ। ਪਹਿਲਾਂ ਮੇਰੇ ਇੱਥੇ ਮਤਲਬ ਪਹਿਲਾਂ ਥੱਪੜ ਮਾਰੇ ਮੇਰੇ, ਤੇ ਥੱਪੜ ਮਾਰਨ ਤੋਂ ਬਾਅਦ ਗਾਲਾਂ ਗੁਲਾਂ ਕੱਢੀਆਂ ਆ। ਤੇ ਉਸ ਤੋਂ ਬਾਅਦ ਮੈਂ ਨਾ ਆਪਣੇ ਜਦੋਂ ਰੋਂਦੀ ਨੇ ਉਹ ਥੋੜ੍ਹਾ ਜਿਹਾ ਅਲੱਗ ਹੋਏ, ਮਤਲਬ ਵਾਸ਼ਰੂਮ ਚਲੇ ਗਏ। ਤੇ ਮੈਂ ਨਾ ਆਪਣੇ ਬ੍ਰਦਰ ਨੂੰ ਮੈਸੇਜ ਕੀਤਾ, ਮੈਂ ਕਿਹਾ ਵੀਰੇ ਇੱਦਾਂ ਕਰਕੇ ਮੇਰੇ ਥੱਪੜ ਮਾਰੇ, ਨਾਲੇ ਮੈਨੂੰ ਗਾਲ ਕੁੱਟਦਾ, ਕਹਿੰਦਾ ਤੈਨੂੰ ਮੈਂ ਮਾਰ ਦੇਣਾ ਆ। ਤੇ ਸਾਰੇ ਮੈਸੇਜ ਮੈਂ ਆਪਣੇ ਬ੍ਰਦਰ ਨੂੰ ਕੀਤੇ ਤੇ ਉਹਨੇ ਟਾਈਮ 'ਚ ਹੀ ਉਹ ਆ ਗਏ ਤੇ ਉਹਨਾਂ ਨੇ ਮੇਰੇ ਆਉਂਦੇ ਹੀ ਮੇਰੇ ਉੱਤੇ ਤੇਜ਼ਾਬ ਪਾਤਾ। ਜੀ ਹਾਂਜੀ ਚੂੜਾ ਹਾਲ ਤੁਹਾਡੇ ਪਾਇਆ ਹੋਇਆ, 1 ਮਹੀਨਾ ਤੁਹਾਡੇ ਵਿਆਹ ਨੂੰ ਹੋਇਆ ਸਾਰਾ, ਕੀ ਤੁਹਾਡੇ ਫੀਲ ਹੋ ਰਿਹਾ ਵੀ ਬਹੁਤ ਜ਼ਿਆਦਾ ਚਾਅ ਹੁੰਦੇ ਇੱਕ ਵਿਆਹ ਤੋਂ ਬਾਅਦ, ਮੁੰਡੇ ਦੇ ਵੀ ਚਾਅ ਹੁੰਦੇ ਕੁੜੀ ਦੇ ਵੀ ਹੁੰਦਾ, ਪਰ ਅਜਿਹੀ ਹਰਕਤ ਤੁਹਾਡੇ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ? ਹਾਂਜੀ ਦੇਖੋ ਚਾਅ ਕੋਈ ਪੂਰਾ ਨਹੀਂ ਹੋਇਆ ਹੈਗਾ। 1 ਮਹੀਨਾ ਹੋਇਆ ਆ, ਮੈਂ ਅਜੇ ਜੋ ਵੀ ਆਪਣਾ ਕੁਛ ਬਣਾਇਆ ਸੀਗਾ ਕੋਈ ਲਾਇਆ ਪਾਇਆ ਨਹੀਂ, ਕੁਛ ਨਹੀਂ ਕੀਤਾ ਹੈਗਾ ਜੀ। ਹਾਂਜੀ ਤਾਂ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਲੜਕਾ ਜੀ ਉਹ? ਸਰ ਦੇਖੋ ਦੇਖਣ ਨੂੰ ਤਾਂ ਹੁਣ ਸਾਰੀ ਦੁਨੀਆ ਆ, ਜਦੋਂ ਆਪਾਂ ਦੇਖਦੇ ਹਾਂ ਹਰ ਇੱਕ ਬੰਦੇ ਦੀ ਅੱਖ ਤਾਂ ਮਤਲਬ ਖੁੱਲੀਆਂ ਹੁੰਦੀਆਂ ਨੇ ਤੇ ਉਹਦੀਆਂ ਹਾਫ ਇਦਾਂ ਹੀ ਰਹਿੰਦੀਆਂ ਹੁੰਦੀਆਂ ਸੀਗੀਆਂ ਅੱਖਾਂ। ਮੈਂ ਉਹਨਾਂ ਨੂੰ ਕਹਿਣਾ ਮੈਂ ਤੁਸੀਂ ਕੀ ਹੈ ਨਾ ਮਤਲਬ ਇੱਦਾਂ ਤੁਹਾਡੀ ਆਈਸ ਇੱਦਾਂ ਕਿਉਂ ਆ? ਕਹਿੰਦੇ ਮੇਰੀਆਂ ਆਈਸ ਹੀ ਇੱਦਾਂ ਦੀਆਂ ਨੇ। ਤੇ ਮੈਂ ਮਤਲਬ ਇੱਦਾਂ ਦਾ ਮੈਂ ਨਸ਼ਾ ਵਗੈਰਾ ਨਹੀਂ ਕਰਦਾ। ਪਰਿਵਾਰ ਦੇ ਵਿੱਚ ਕੌਣ ਸੀ? ਤੁਹਾਡਾ ਕਿਸੇ ਨੇ ਸਾਥ ਦਿੱਤਾ ਉਸ ਸਮੇਂ ਜਾਂ ਪਹਿਲਾਂ ਵੀ ਦੇਖੋ ਸਿਸਟਰ ਨੂੰ ਦੱਸਿਆ, ਉਹਨਾਂ ਨੇ ਕੋਈ ਮੇਰਾ ਸਾਥ ਨਹੀਂ ਦਿੱਤਾ। ਮਾਂ ਤਾਂ ਫਿਰ ਤੁਹਾਨੂੰ ਪਤਾ ਉਹ ਆਪਣੇ ਉਹਨਾਂ ਨੇ ਲੜਕੇ ਦੀ ਕਰਨੀ ਸੀਗੀ ਕਿ ਮੇਰੇ ਲੜਕੇ ਦੀ ਕੋਈ ਗੱਲ ਬਾਹਰ ਨਾ ਆਵੇ ਹੈ ਨਾ। ਤੇ ਉਹਨਾਂ ਨੇ ਉਲਟਾ ਮੈਨੂੰ ਹੀ ਤੰਗ ਬਹੁਤ ਜ਼ਿਆਦਾ ਕੀਤਾ ਆ। ਹਾਂਜੀ ਤਾਨੇ ਮੈਨੇ ਮਾਰੇ ਆ ਤੇ ਦਾਜ ਦਾ ਵੀ ਬਹੁਤ ਕਿਹਾ ਕਿ ਹਾਂ ਤੂੰ ਕੀ ਲੈ ਕੇ ਆਈ ਆ, ਤੂੰ ਗੱਲਾਂ ਇਦਾਂ ਦਾ ਕਰਦੀ ਆ। ਦਾਜ ਵਗੈਰਾ ਵੀ ਤੁਸੀਂ ਕੋਈ ਦਿੱਤਾ, ਕੋਈ ਗੋਲਡ ਵਗੈਰਾ ਦਿੱਤਾ ਹੋਵੇ? ਹਾਂਜੀ ਗੋਲਡ ਸਾਰਾ ਪਾਇਆ ਜੀ, ਮੁੰਡੇ ਨੂੰ ਕੜੇ ਪਾਇਆ, ਪ੍ਰਾਹੁਣਿਆਂ ਨੂੰ ਛਾਂਪਾਂ ਪਾਈਆਂ ਨੇ, ਉਹਦੇ ਡੈਡੀ ਨੂੰ ਛਾਂਪ ਪਾਈ ਆ ਤੇ ਉਹਦੀ ਮੰਮੀ ਨੂੰ ਟੌਪਸ ਪਾਏ। ਉਹ ਵੀ ਛੋਟੇ ਸੀਗੇ ਸਰ ਥੋੜ੍ਹੇ ਜਿਹੇ, ਪਰ ਫਿਰ ਵੀ ਉਹ ਮੈਨੂੰ ਕਹਿੰਦੀ ਸੀ ਕਿ ਤੁਸੀਂ ਛੋਟੇ ਪਾਏ ਨੇ, ਮੈਨੂੰ ਵੱਡੇ ਕਾਹਤੋਂ ਨਹੀਂ ਲੈ ਕੇ ਆਈ ਇੱਦਾਂ। ਹਾਂਜੀ ਤਾਂ ਜਦੋਂ ਤੇਜ਼ਾਬ ਪਾਇਆ ਤੁਸੀਂ ਬਚਾ ਕਿਵੇਂ ਕੀਤਾ ਤੇ ਹਸਪੀਟਲ ਕਿਵੇਂ ਪਹੁੰਚੇ ਤੁਸੀਂ? ਸਰ ਮੈਂ ਮਤਲਬ ਕਿ ਜਦੋਂ ਉੱਥੋਂ ਉੱਠੀ ਆ, ਜਦੋਂ ਮੈਂ ਮਤਲਬ ਉਹ ਦੁਬਾਰਾ ਪਤਾ ਨਹੀਂ ਵਾਸ਼ਰੂਮ ਕਰਨੀ ਨੂੰ ਚਲੇ ਗਏ, ਉੱਥੇ ਹੀ ਮੈਂ ਉੱਠ ਕੇ ਬਸ ਮੈਨੂੰ ਇਹੀ ਲੱਗਿਆ ਕਿ ਮੈਂ ਇੱਥੋਂ ਹੁਣ ਭੱਜ ਜਾ, ਕਿਉਂਕਿ ਉਹ ਗਾਲਾਂ ਕੱਢ ਰਿਹਾ ਸੀਗਾ ਮੈਨੂੰ ਬਹੁਤ ਜ਼ਿਆਦਾ। ਮੈਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਹੁਣ ਮੈਂ ਨਹੀਂ ਬਚਦੀ ਹੈਗੀ। ਹਾਂਜੀ ਕਿੰਨੇ % ਕਹਿ ਸਕਦੇ ਬਰਨ ਹੋਇਆ ਜੀ ਬੋਡੀ? 45% ਹੋਇਆ ਜੀ। ਹਾਂਜੀ ਡਾਕਟਰ ਦੇ ਅਕੋਰਡਿੰਗ ਜੀ। ਪੁਲਿਸ ਦੀ ਜਿਹੜੀ ਕਾਰਵਾਈ ਉਹ ਤੁਸੀਂ ਸੈਟੀਸਫਾਈ ਹੈਗੇ ਹੋ? ਸਰ ਦੇਖੋ ਜਿਸ ਤਰ੍ਹਾਂ ਹੁਣ ਤੁਸੀਂ ਮੇਰੇ ਤੋਂ ਸਵਾਲ ਜਵਾਬ ਕਰ ਰਹੇ ਹੋ, ਮੈਂ ਸਾਰੀ ਕਹਾਣੀਆਂ ਮੈਡਮ ਨੂੰ ਸਾਰਾ ਕੁਝ ਦੱਸਿਆ ਆ ਤੇ ਉਹਨਾਂ ਨੇ ਬਾਹਰ ਜਾ ਕੇ ਜਦੋਂ ਗੱਲ ਕੀਤੀ ਆ ਹੈ ਨਾ ਸਰ ਨੂੰ, ਚੰਦ ਹੀਰ ਸਰ ਨੂੰ ਸਾਰਾ ਕੁਝ ਉਹਨਾਂ ਦੱਸਦੇ ਸੀ, ਫਿਰ ਆ ਜਾਂਦੇ ਸੀ। ਮਤਲਬ 5 ਵਾਰੀ ਮੈਂ ਸਰ ਉਹਨਾਂ ਨਾਲ ਇੱਦਾਂ ਹੀ ਸਾਰਾ ਕੁਝ ਦੱਸਿਆ ਤੇ ਐਂਡ ਤੇ ਆ ਕੇ ਸਰ ਨੇ ਖੁਦ ਹੀ ਮਤਲਬ ਬੋਲ ਕੇ ਲਿਖਵਾਇਆ। ਤੇ ਉਸ ਟਾਈਮ ਸਰ ਮੈਂ ਬਹੁਤ ਜ਼ਿਆਦਾ ਥੱਕ ਵੀ ਗਈ ਸੀ, ਮੇਰਾ ਮਾਈਂਡ ਹੈ ਨਾ। ਤੇ ਉਸ ਜਿਹੜੀਆਂ ਗੱਲਾਂ ਮਤਲਬ ਲਿਖਿਆ ਤਾਂ ਸਾਰਾ ਕੁਝ ਉਹੀ ਹੈ, ਪਰ ਉਹਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਉਹਦੇ ਵਿੱਚ ਐਡ ਨਹੀਂ ਕੀਤੀਆਂ ਗਈਆਂ। ਜੀ ਹਾਂਜੀ ਪੁਲਿਸ ਨੇ ਕਿਤੇ ਢਿੱਲ ਵਰਤੀ ਇਹਦੇ ਵਿੱਚ? ਬਿਲਕੁਲ ਸਰ ਬਿਲਕੁਲ। ਹਜੇ ਮੈਡਮ ਹਰਪ੍ਰੀਤ ਮੈਡਮ ਬੈਠੇ ਸੀਗੇ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਡਮ ਮੈਨੂੰ ਇੱਦਾਂ ਦਾ ਕਹਿੰਦਾ ਕਿ ਤੈਨੂੰ ਮੈਂ ਛੱਡਣਾ ਨਹੀਂ, ਮਾਰ ਦੇਣਾ ਹੈ। ਮੈਂ ਮੈਸੇਜ ਵੀ ਦਿਖਾਏ ਹੈ ਨਾ, ਤੇ ਕਹਿੰਦੇ ਉਹ ਛੱਡਣਗੇ ਤਾਂ ਤੈਨੂੰ ਹੈ ਨਾ ਮਾਰੂਗਾ ਤੈਨੂੰ ਤਾਂ ਜੇ ਅਸੀਂ ਛੱਡਾਂਗੇ, ਪਰ ਇਹ ਗੱਲ ਉਹਨਾਂ ਨੇ ਐਡ ਤਾਂ ਵਿੱਚ ਕੀਤੀ ਨਹੀਂ ਹੈਗੀ ਜੀ। ਹਾਂਜੀ ਤਾਂ ਹੁਣ ਤੁਹਾਨੂੰ ਕੀ ਲੱਗਦਾ, ਹੁਣ ਵੀ ਕੋਈ ਤੁਹਾਨੂੰ ਖਤਰਾ ਲੱਗ ਰਿਹਾ ਉਸ ਪਰਿਵਾਰ ਤੋਂ, ਉਹਨਾਂ ਦੇ ਕੋਈ ਸਾਥੀ ਸੰਬੰਧੀਆਂ ਤੋਂ? ਸਰ ਬਿਲਕੁਲ ਖਤਰਾ ਵਾ। ਸਾਡੇ ਪਿੰਡ ਦੇ ਵਿੱਚ ਤੁਸੀਂ ਪੁੱਛ ਕੇ ਦੇਖ ਲਓ, ਇੱਥੇ ਗੱਡੀਆਂ ਆਉਂਦੀਆਂ ਵਾ, ਸਾਡੇ ਕੋਲ ਨੰਬਰ ਵੀ ਨੋਟ ਕੀਤਾ ਹੋਇਆ ਹੈ ਜਿਹੜੀਆਂ ਇੱਥੇ ਗੱਡੀ ਆਉਂਦੀਆਂ ਨੇ ਤੇ ਉਹ ਬੰਦੇ ਆਉਂਦੇ ਆ। ਸਰ ਮੈਂ ਤਾਂ ਗੇਟ ਤੱਕ ਵੀ ਨਹੀਂ ਬਾਹਰ ਨਿਕਲਦੀ, ਮੇਰੇ ਬ੍ਰਦਰ 24 ਘੰਟੇ ਇੱਥੇ ਨਾਲ ਬੈਠੇ ਰਹਿੰਦੇ ਆ ਮੇਰੇ। ਜੀ ਮੈਮ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਤੁਸੀਂ ਕਰਦੇ ਹੋ ਪੁਲਿਸ ਤੋਂ ਜੀ? ਬਸ ਇਹੀ ਕਹਿੰਦੇ ਆ ਜੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ, ਜੋ ਉਹਨਾਂ ਨੇ ਇੰਨਾ ਕੁਛ ਕੀਤਾ ਆ, ਸਜ਼ਾ ਦੇਣੀ ਚਾਹੀਦੀ ਹੈ। ਮੈਡਮ ਮਨੀਸ਼ਾ ਗੁਲਾਟੀਆ ਜਾ ਰਿਹਾ, ਲੱਗਦਾ ਵੀ ਮਨੀਸ਼ਾ ਗੁਲਾਟੀ ਦੇ ਆਉਣ ਨਾਲ ਤੁਹਾਨੂੰ ਕੋਈ ਤੁਹਾਡੇ ਕੇਸ ਵਿੱਚ ਵਾਧਾ ਹੋਏਗਾ, ਕੋਈ ਪੈਰਵਾਈ ਚੰਗੀ ਤਰ੍ਹਾਂ ਹੋਏਗੀ?
ਬਿਲਕੁਲ ਸਰ, ਸਾਨੂੰ ਉਹਨਾਂ ਤੇ ਹੀ ਆਸ ਆ ਬਸ, ਹੋਰ ਸਾਨੂੰ ਕੋਈ ਯਕੀਨ ਨਹੀਂ ਹੈਗਾ ਕਿਸੇ ਤੇ। ਸਾਨੂੰ ਉਹਨਾਂ ਤੇ ਹੀ ਆਸ ਆ ਕਿ ਸਾਨੂੰ ਉਹ ਇਨਸਾਫ ਦਿਲਾਉਣਗੇ। ਹਾਂਜੀ। ਤਾਂ ਬ੍ਰਦਰ ਵੀ ਨਾਲ ਹੈਗੇ ਨੇ ਅਮਨਦੀਪ, ਤੇ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ ਸਰ। ਜੀ ਜਿਵੇਂ ਭੈਣ ਹੋਰਾਂ ਨੇ ਦੱਸਿਆ ਵੀ ਮੈਰਿਜ ਨੂੰ ਹਲੇ ਥੋੜਾ ਸਮਾਂ ਹੋਇਆ ਸੀ ਤੇ ਇਸ ਤਰ੍ਹਾਂ ਦਾ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਤਾਂ ਕੀ ਪਹਿਲਾਂ ਕੋਖ ਨਹੀਂ ਕੀਤੀ ਗਈ ਸੀ ਜਾਂ ਕਿਤੇ ਆਪਣੇ ਵੱਲੋਂ ਹੀ ਰਹਿ ਗਈ ਕਮੀ ਵੀ ਯਾਰ ਚਲੋ ਠੀਕ ਹੈ, ਬੰਦਾ ਨਹੀਂ ਬਚਦਾ ਨਹੀਂ ਚੰਗੀ ਤਰ੍ਹਾਂ ਕਈ ਵਾਰ? ਸਰ ਪਰਿਵਾਰ ਵਧੀਆ ਸੀਗਾ ਜੀ, ਸਾਰਾ ਕੁਝ ਦੇਖਿਆ ਸੀਗਾ ਜੀ, ਬਸ ਇਹ ਪਤਾ ਹੀ ਨਹੀਂ ਲੱਗਿਆ ਵੀ ਕੀ ਕਰਤਾ ਉਹਨਾਂ ਨੇ ਅੱਜ। ਜੀ ਜਦੋਂ ਤੁਹਾਨੂੰ ਕਾਲ ਵਗੈਰਾ ਆਈ ਆ ਅਮਨਦੀਪ ਹੋਰਾਂ ਵੱਲੋਂ, ਭੈਣ ਹੋਰਾਂ ਵੱਲੋਂ ਕਾਲ ਆਈ ਵੀ ਇਸ ਤਰ੍ਹਾਂ ਕਰਤਾ, ਤਾਂ ਕੀ ਤੁਹਾਡਾ ਤੁਸੀਂ ਉਸ ਟਾਈਮ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਉਸੇ ਟਾਈਮ, ਜਾਂ ਉਸ ਟਾਈਮ ਤੁਹਾਨੂੰ ਪਰਿਵਾਰ ਦਾ ਮੈਂਬਰ ਕੋਈ ਮਿਲਿਆ? ਨਹੀਂ ਸਰ, ਮੈਨੂੰ ਮੈਸੇਜ ਆਇਆ ਸੀ ਜੀ, ਉਦੋਂ ਮੈਂ ਕਹਿਤਾ ਵਾ ਵੀ ਐਂ ਕਰਕੇ ਤੇਰੇ ਨਾਲ ਮਜ਼ਾਕ ਕਰਦਾ ਹੋਣਾ ਵਾ, ਤੇ ਇੰਨੇ 'ਚ ਮੈਨੂੰ 11 3 4 ਮਿੰਟ ਤੇ ਹੀ ਮੈਨੂੰ ਮੈਸੇਜ ਆਉਂਦਾ ਇਹਨਾਂ ਦਾ, ਮੈਂ ਕਰਕੇ ਮੇਰੀ ਕੁੱਟਮਾਰ ਕਰ ਰਿਹਾ, ਮੈਂ ਥੱਪੜ ਮਾਰ ਰਿਹਾ, ਮੇਰਾ ਗਲਾ ਘੁੱਟ ਰਿਹਾ ਜੀ। ਹਾਂਜੀ। ਤੇ ਥੋੜ੍ਹੇ ਟਾਈਮ ਬਾਅਦ ਮਤਲਬ ਉਹ ਕਹਿੰਦੇ ਵਾਸ਼ਰੂਮ ਗਿਆ ਵਾ ਹੁਣ, ਤੇ ਜਾਣੀ 5-7 ਮਿੰਟਾਂ ਬਾਅਦ ਹੀ ਮੈਨੂੰ ਕਾਲ ਆ ਗਈ ਹੈ ਜੀ ਇਹਨਾਂ ਦੀ, ਮੈਂ ਕਰਕੇ ਵੀ ਮੇਰੇ ਤੇ ਤੇਜ਼ਾਬ ਪਤਾ ਇਹਨਾਂ ਨੇ। ਹਾਂਜੀ। ਮੈਂ ਨਾਲ ਹੀ ਫੁੱਫੜ ਜੀ ਨੂੰ ਫੋਨ ਕੀਤਾ, ਇਹ ਆਪਣੇ ਕੋਲੇ ਸੀਗੇ ਹੈਬੋਵਾਲ ਘਰ ਆ ਜੀ ਇਹਨਾਂ ਦਾ, ਤੇ ਉੱਥੇ ਘਰੇ ਗਏ ਜੀ। ਉੱਥੇ ਜਦੋਂ ਗਏ ਤੇ ਉਹ ਘਰੇ ਅਮਨ ਆਪਣੇ ਨਿਕਲ ਗਏ ਸੀ ਘਰੋਂ ਜੀ। ਹਾਂਜੀ। ਬਹੁਤ ਘੱਟ ਸਮਾਂ ਹੋਇਆ ਸੀਗਾ ਮੈਰਿਜ ਨੂੰ ਵੀ ਤੇ ਉਹ ਸਾਰੇ ਕਾਸੇ ਨੂੰ ਵੀ, ਤੇ ਲੜਾਈ ਕਿਸ ਚੀਜ਼ ਦੀ ਸੀਗੀ? ਜੇ ਸ਼ਾਮ ਨੂੰ ਵੀ ਕਹਿੰਦੇ ਇੱਥੋਂ ਲੈ ਕੇ ਗਏ, ਜਿਸ ਨੇ ਵਾਕਿਆ ਕੀਤਾ ਉਸ ਦਿਨ ਸ਼ਾਮ ਨੂੰ ਲੈ ਕੇ, ਤਾਂ ਇੱਥੋਂ ਸਾਰੀ ਚੀਜ਼ਾਂ ਮੰਨ ਕੇ ਗਏ ਸੀ, ਮਾਫੀ ਵਗੈਰਾ ਮੰਨ ਕੇ ਗਏ ਸੀ? ਹਾਂਜੀ, ਹੈਬੋਵਾਲ ਤੋਂ ਗਏ ਸੀਗੇ ਜੀ ਫੁੱਫੜ ਜੀ ਘਰ। ਹਾਂਜੀ, ਸਾਰਾ ਕੁਝ ਜੀ ਕਲੀਅਰ ਕਰਕੇ ਗਏ ਸੀਗੇ। ਹਾਂਜੀ। ਤੁਸੀਂ ਬਾਈ ਰਿਸ਼ਤਾ ਕਰਾ ਜੀ? ਫੁੱਫੜ ਜੀ ਆ ਲੜਕੀ ਦਾ ਜੀ, ਮੇਰੇ ਘਰ ਤੋਂ ਲੈ ਕੇ ਗਏ ਆ। ਲੜਕੀ ਨੂੰ ਅਸੀਂ ਬੜੀ ਖੁਸ਼ੀ ਨਾਲ ਤੋਰਿਆ ਹੈਗਾ, ਠੀਕ ਹੈ ਨਾ। ਲੜਕੀ ਦੇ ਸਹੁਰਾ ਸਾਹਿਬ, ਉਹਨਾਂ ਦੇ ਪਤੀ ਹਸਬੈਂਡ, ਉਹਨਾਂ ਦੇ ਨਣਦੋਈਆ ਸੰਜੀਵ ਕੁਮਾਰ, ਤੇ ਉਹਨਾਂ ਦੀ ਸੱਸ ਸੁਰਿੰਦਰ ਕੌਰ, 4 ਜਣੇ ਉਹ ਆਏ ਆ। 5ਵੀਂ ਅਸੀਂ ਲੜਕੀ ਨੂੰ ਨਾਲ ਭੇਜਿਆ, 5 ਗਏ, ਬੜੀ ਖੁਸ਼ੀ ਨਾਲ ਗਏ ਹੈਗੇ ਆ। ਲੜਕੇ ਨੇ ਉੱਥੇ ਕੋਈ ਮਾਫੀ ਵਗੈਰਾ ਮੰਗੀ ਜਾਂ ਕੋਈ ਗੱਲ ਇਸ ਤਰ੍ਹਾਂ ਦੀ ਕੀਤੀ ਸੀ? ਗੱਲ ਨਹੀਂ ਹੋਏਗੀ ਜੀ, ਅਸੀਂ ਤਾਂ ਹਾਂ ਬਿਲਕੁਲ ਸਾਡੇ ਨਾਲ ਮਿਲ ਕੇ ਗਿਆ, ਆਪਣੀ ਮਦਰ ਇਨ ਲਾ ਨੂੰ ਮਿਲਿਆ ਹੈਗਾ, ਸੱਸ ਆਪਣੀ ਨੂੰ ਮਿਲਿਆ, ਕਹਿੰਦਾ ਮੰਮੀ ਤੁਸੀਂ ਟੈਨਸ਼ਨ ਨਾ ਲਓ, ਤੁਹਾਡਾ BP ਵਧਿਆ ਹੋਇਆ ਹੈਗਾ, ਦਵਾਈ ਵਗੈਰਾ ਲਓ ਤੁਸੀਂ। ਮੈਨੂੰ ਮਿਲਿਆ ਮੈਸੇਜ, ਉਹਨੂੰ ਸ਼ਗਨ ਵਾਂਗੂ ਦੇਣ ਲੱਗੇ, ਕਹਿੰਦਾ ਭੂਆ ਜੀ ਬਹੁਤ ਵਾਰੀ ਦੇਈ ਜਾਂਦੇ ਪੈਸੇ ਤੁਸੀਂ ਮੈਨੂੰ, ਵੀ ਰਹਿਣ ਦਿਓ ਕੋਈ ਗੱਲ ਨਹੀਂ। ਸਾਡੇ ਮਤਲਬ ਜਿਸ ਤਰ੍ਹਾਂ ਵੀ ਰੀਤੀ ਰਿਵਾਜ ਹੁੰਦੇ ਸੰਸਕ੍ਰਿਤੀ ਦੇ। ਹਾਂਜੀ। ਤੇ ਗਏ ਬੜੇ ਪਿਆਰ ਨਾਲ ਗਏ ਹੈਗੇ, ਕੋਈ ਐਸੀ ਗੱਲ ਨਹੀਂ ਹੈਗੀ। ਦੱਸਿਆ ਵੀ ਇਹਨਾਂ ਨੂੰ ਕਾਲ ਆਈ ਸੀ, ਤਾਂ ਉਸ ਤੋਂ ਬਾਅਦ ਤੁਹਾਨੂੰ ਕਾਲ ਕੀਤੀ? ਕਾਲ ਇਹਨੇ ਕੀਤੀ ਜੀ। ਹਾਂਜੀ, ਇਹਨਾਂ ਨੇ ਕੀਤੀ ਕਾਲ। ਇਸ ਕਾਲ ਤੋਂ ਬਾਅਦ ਫਿਰ ਅਸੀਂ ਫਟਾਫਟ ਉਹਨਾਂ ਦੇ ਘਰ ਪਹੁੰਚੇ ਹਾਂ ਜੀ, ਗੱਡੀ ਲੈ ਕੇ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ। ਉੱਥੋਂ ਅਸੀਂ 112 ਨੰਬਰ ਤੇ ਫੋਨ ਕੀਤਾ, ਉਹਨਾਂ ਦੇ ਘਰ ਪਹੁੰਚੇ, ਕਹਿੰਦੇ ਵੀ ਗੁੜੀਆ ਤਾਂ ਘਰੋਂ ਚਲੀ ਗਈ, ਅਮਨ ਤਾਂ ਘਰੋਂ ਚਲੀ ਗਈ ਸਾਨੂੰ ਕਹਿੰਦੇ ਜਦੋਂ ਅਸੀਂ ਘਰ ਪਹੁੰਚੇ ਤਾਂ। ਤੇ ਅਸੀਂ 4 ਮੈਂਬਰ ਅਸੀਂ ਗਏ, ਤੇ ਵਿੱਚ ਜਿਹੜੇ ਸਾਡੇ ਅੱਗੋਂ ਵਿਚੋਲਾ ਸਾਹਿਬ ਹੈਗੇ ਉਹ ਤੇ ਉਹਨਾਂ ਦਾ ਬੇਟਾ ਗਏ, ਤੇ ਇੱਕ ਮੇਰਾ ਬੇਟਾ ਵੀ ਬਾਅਦ 'ਚੋਂ ਪਹੁੰਚ ਗਿਆ। ਅਸੀਂ 7 ਮੈਂਬਰ ਉੱਥੇ ਇਕੱਠੇ ਹੋ ਗਏ ਉਹਨਾਂ ਦੇ ਘਰ, ਤੇ ਸਾਨੂੰ ਕਹਿੰਦੇ ਅੰਦਰ ਬੈਠ ਕੇ ਗੱਲ ਕਰੋ। ਅਸੀਂ ਕਿਹਾ ਅੰਦਰ ਕੀ ਬੈਠਣਾ, ਸਾਡੀ ਲੜਕੀ ਤਾਂ ਹੈ ਨਹੀਂ ਕਿ ਘਰ, ਅਸੀਂ ਕਿਹਦੇ ਨਾਲ ਬੈਠਣਾ ਹੈਗਾ। ਤੇ ਉਹ ਵਿਚੋਲਾ ਕਹਿੰਦਾ ਵੀ ਆਪਾਂ ਚਲੋ ਥਾਣੇ ਚੱਲ ਕੇ ਰਿਪੋਰਟ ਕਰਦੇ ਹਾਂ। ਅਸੀਂ ਬਾਹਰ ਨਿਕਲ ਕੇ ਅਸੀਂ 112 ਤੇ ਕਾਲ ਕੀਤੀ ਵੀ ਸਾਡੇ ਲੜਕੀ ਦਾ ਤਾਂ ਪਹਿਲਾਂ ਪਤਾ ਲੱਗ ਜਾਏ, ਕਿਉਂਕਿ ਰੇਲਵੇ ਟਰੈਕ ਕੋਲੇ ਆ, ਹਾਰਡਲੀ 200 ਮੀਟਰ ਤੇ ਰੇਲਵੇ ਟਰੈਕ ਆ ਜਲੰਧਰ ਬਾਈਪਾਸ ਵਾਲਾ। ਅਸੀਂ ਕਿਹਾ ਵੀ ਕਿਤੇ ਲੜਕੀ ਉੱਧਰ ਨਾ ਚਲੀ ਜਾਵੇ, ਠੀਕ ਹੈ ਨਾ ਜੀ। ਅਸੀਂ ਚਲੋ ਸਾਨੂੰ ਪਤਾ ਲੱਗ ਗਿਆ ਵੀ ਲੜਕੀ ਨੂੰ ਕਿਸੇ ਅਣਪਛਾਤੇ ਬੰਦੇ ਨੂੰ ਇਹਨੇ ਆਪਣੀ ਮਤਲਬ ਵੀ ਹੈਲਪ ਮੰਗੀ, ਲੜਕੀ ਨੂੰ ਉਹ ਲੈ ਗਿਆ, ਸਿਵਲ ਹਸਪੀਟਲ ਲੈ ਗਿਆ। ਸਾਨੂੰ ਇਹਨੇ ਗੁੜੀਆ ਨੇ ਮੇਰੇ ਬੇਟੇ ਨੂੰ ਫੋਨ ਕੀਤਾ, ਸਾਡੇ ਕੋਲ ਸਾਰੀਆਂ ਕਾਲ ਡਿਟੇਲ ਹੈਗੀਆਂ, ਰੋਂਦੀ ਦੀਆਂ ਵੀ ਹੈਗੀਆਂ ਸਾਰੀਆਂ, ਉਹ ਜਿਸ ਤਰ੍ਹਾਂ ਕਾਲ ਡਿਟੇਲ ਸਭ ਹੈਗੀਆਂ ਵੀ ਮੈਨੂੰ ਵੀਰੇ ਮੇਰੇ ਤੇ ਤੇਜ਼ਾਬ ਪਾਤਾ ਹੈਗਾ, ਮੈਂ ਘਰੋਂ ਭੱਜਿਆ ਹੈਗੀਆਂ, ਮੈਨੂੰ ਇਹਨੂੰ ਕੋਈ ਲੋਕੇਸ਼ਨ ਦਾ ਨਹੀਂ ਪਤਾ ਸੀਗਾ, ਕਿਉਂਕਿ ਹਾਰਡਲੀ 3 ਵਾਰੀ ਤਾਂ ਗਈ ਸੀਗੀ ਘਰ, ਉੱਥੇ ਕੋਈ ਰਸਤੇ ਦਾ ਨਹੀਂ ਪਤਾ ਸੀ। ਇਹ ਤਾਂ ਘਰੋਂ ਨਿਕਲੀ ਤੇ ਬਾਹਰ ਕੁਦਰਤੀ ਇਹਨੂੰ ਬਾਹਰੋਂ ਹੈਲਪ ਮਿਲ ਗਈ ਤੇ ਇਹ ਹਸਪੀਟਲ ਪਹੁੰਚ ਗਈ। ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ 23 ਜਨਵਰੀ ਨੂੰ, ਸ਼ਾਇਦ 23 ਜਨਵਰੀ ਸੀ, ਹਾਂਜੀ 23 ਜਨਵਰੀ ਨੂੰ ਮੈਰਿਜ ਹੋਈ ਆ, ਤਾਂ ਕਿੰਨੇ ਚਿਰ ਬਾਅਦ ਜਿਹੜਾ ਇਹ ਕਹਿ ਸਕਦੇ ਆ ਲੜਾਈ ਝਗੜਾ ਸ਼ੁਰੂ ਹੋ ਗਿਆ ਸੀਗਾ ਜੀ? ਹਾਰਡਲੀ ਹਫ਼ਤੇ ਬਾਅਦ, ਬਸ ਸਮਝੋ ਹਫ਼ਤੇ ਬਾਅਦ ਹੀ ਸਮਝੋ ਤੁਸੀਂ। ਮੁੰਡਾ ਰਾਜੀ ਨਹੀਂ ਸੀਗਾ ਵਿਆਹ ਲਈ, ਜਾਂ ਕਿਤੇ ਹੋਰ ਅਫੇਅਰ ਸੀਗਾ ਮੁੰਡੇ ਦਾ? ਉਸ ਗੱਲ ਬਾਰੇ ਨਹੀਂ ਜੀ ਆਪਾਂ ਨੂੰ ਪਤਾ ਹੈਗਾ ਵੀ ਹੋਰ ਫੇਰ ਵਾਲੀ ਗੱਲ ਮੈਂ ਨਹੀਂ ਕਹਿ ਸਕਦਾ, ਕਿਉਂਕਿ ਅਸੀਂ ਉੱਥੇ ਹੀ ਰਹਿੰਦੇ ਹੈਗੇ ਆ, ਨੇੜੇ ਹੀ ਰਹਿੰਦੇ ਹੈਗੇ ਆ। ਉਹ ਇਦਾਂ ਦੀ ਗੱਲ ਬਾਰੇ ਅਸੀਂ ਕਹਿੰਦੇ ਕਿਉਂ ਖੁਸ਼ ਕਿਉਂ ਨਹੀਂ ਸੀ ਲੜਕਾ? ਉਹ ਕੀ ਪਤਾ ਹੈਗਾ ਜੀ, ਉਹ ਤਾਂ ਹੁਣ ਮਿਸ ਅੰਡਰਸਟੈਂਡ ਹੀ ਹੈ, ਉਸ ਲੜਕੇ ਦੇ ਵਿੱਚ ਹੀ ਹੈਗੀ ਆ। ਫਿਰ ਉਹ ਲੜਕੀ ਦੱਸਦੀ ਜਿਸ ਤਰ੍ਹਾਂ ਉਸ ਤਰ੍ਹਾਂ ਕੋਈ ਕਾਬਲੀਅਤ ਨਹੀਂ ਸੀਗਾ, ਠੀਕ ਹੈ ਕਿ ਨਹੀਂ ਜੀ। ਹੁਣ ਉਹਨੇ ਘਰੇ ਗਿਆ ਤਾਂ ਤੇਜ਼ਾਬ ਵਾਲੀ ਗੱਲ ਕਬੂਲੀ ਸੀ ਉਹਨੇ ਵੀ ਹਾਂ ਤੇਜ਼ਾਬ ਪਾਇਆ ਇੱਕ? ਤੇਜ਼ਾਬ ਉਹ ਤਾਂ ਸਾਰੇ ਕੱਪੜੇ ਬਰਾਮਦ ਹੋ ਗਏ ਜੀ, ਲੜਕੀ ਦੇ ਕੱਪੜੇ ਵੀ, ਉਹਨਾਂ ਦੀ ਬੈੱਡ ਸ਼ੀਟ, ਕੰਬਲ, ਬੋਤਲ ਤੇਜ਼ਾਬ ਵਾਲੀ। ਲੜਕੇ ਨੇ ਮੰਨਿਆ ਹੈਗਾ ਉੱਥੇ, ਲੜਕਾ ਇਸ ਟਾਈਮ ਅੰਦਰ ਵੀ ਹੈ ਜੀ।
ਠੀਕ ਹੈ ਨਾ। ਕੀ ਲੱਗਦਾ ਤੁਸੀਂ ਪੁਲਿਸ ਦੀ ਜਿਹੜੀ ਕਾਰਵਾਈ ਉਹ ਤੋਂ ਸੰਤੁਸ਼ਟ ਹੈਗੇ ਹੋ? ਪੁਲਿਸ ਦੀ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਹੀਂ ਹੈਗੇ ਜੀ। ਪੁਲਿਸ ਤੇ ਸਾਡੇ ਕੋਲੋਂ ਬਿਆਨ ਲੈ ਕੇ ਗਈ ਹੈ, ਲੜਕੀ ਦੇ ਜਿਹੜੇ ਬਿਆਨ ਲਿਖੇ ਆ ਉਹ ਆਲਰੇਡੀ ਬਿਆਨ ਨੇ, ਉਹਨਾਂ ਨੇ ਵੀਡੀਓ ਵੀ ਬਣਾਈ, ਵੀਡੀਓ ਬਣਾਈ ਹੈ ਲੜਕੀ ਦੇ ਜਿਹੜੀ ਵੀਡੀਓ ਬਣਾਈ ਹੈ ਜੀ, ਉਹ ਵੀਡੀਓ ਦਿਖਾਉਣ ਸਾਨੂੰ ਵੀ ਆਹ ਲੜਕੀ ਬੋਲਦੀ, ਜਿਹੜੇ ਉਹ ਬਿਆਨ ਉਹਦੇ ਨਾਲ ਮੈਚ ਕਰਦੇ, ਅਸੀਂ ਰਿਸੈਪਟ ਕਰਦੇ ਹਾਂ, ਸਾਡੇ ਤੋਂ ਸਾਈਨ ਕਰਾਏ। ਸਾਨੂੰ ਮੈਂ ਕਿਹਾ ਉਹਨਾਂ ਨੂੰ ਵੀ ਸਾਨੂੰ ਇੱਕ ਕਾਪੀ ਦਿੱਤੀ ਜਾਵੇ, ਕਹਿੰਦੇ ਸਭ ਕੁਝ ਮਿਲੂਗਾ ਤੁਹਾਨੂੰ, ਟੈਨਸ਼ਨ ਨਾ ਲਓ। ਲੇਕਿਨ ਉੱਥੇ ਉਹਨਾਂ ਨੇ ਲਿਖਿਆ ਹੈਗਾ ਵੀ ਇਹਨਾਂ ਨੂੰ ਕਾਪੀ ਦੇ ਦਿੱਤੀ ਗਈ ਹੈ, ਲੇਕਿਨ ਕੋਈ ਨਹੀਂ ਸਾਨੂੰ ਕਾਪੀ ਦਿੱਤੀ। ਹਾਲੇ ਤੱਕ ਕੋਈ ਕਾਪੀ ਨਹੀਂ ਮਿਲੀ ਜੀ? ਕੋਈ ਕਾਪੀ ਨਹੀਂ ਮਿਲੀ। ਅਸੀਂ ਉਹਨਾਂ ਨੂੰ ਫੋਨ ਤੇ ਵੀ ਕਿਹਾ ਹੈਗਾ, ਅਸੀਂ ਸਾਡੀਆਂ ਡਿਊਟੀਆਂ ਲੱਗੀਆਂ ਜੀ ਇਲੈਕਸ਼ਨ ਕਰਕੇ, ਇਹ ਹੈ ਉਹ ਇੱਦਾਂ ਕਰਕੇ ਸਾਨੂੰ ਟਾਲਤਾ। ਅਸੀਂ RTI ਉੱਥੋਂ ਕਢਵਾਈ ਹੈ ਜੀ, ਆਪਣੇ ਤੋਂ PDF ਹੁੰਦਾ ਜਿਹੜਾ ਉਹਨਾਂ ਨੇ ਆਲਰੇਡੀ ਪਾਇਆ ਹੁੰਦਾਗਾ, ਅਸੀਂ ਉਹਦੇ ਤੋਂ ਕੱਢੀਆਂ ਹੈਗੀਆਂ ਸਾਰੀਆਂ। ਤੁਸੀਂ ਆਪ ਕਢਾਈਆਂ? ਹਾਂਜੀ, ਆਪ ਕਢਾਈਆਂ ਸਾਨੂੰ। ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕੋਈ ਵੀ ਸਾਡੇ ਨਾਲ ਇਸ ਤਰ੍ਹਾਂ ਪੁਲਿਸ ਨੇ ਕੀਤਾ? ਨਹੀਂ ਜੀ, ਅਸੀਂ ਕਿਸੇ ਨਾਲ ਨਹੀਂ ਕੀਤੀ। ਅਸੀਂ ਮੈਡਮ ਨੂੰ ਕੰਟੈਕਟ ਕੀਤਾ ਸੀ, ਇਹਨਾਂ ਨੂੰ ਮੈਡਮ ਮਨੀਸ਼ਾ ਗੁਲਾਟੀ ਜੀ ਨੂੰ ਕੰਟੈਕਟ ਕੀਤਾ ਸੀਗਾ ਵੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਸੀ। ਇਹ ਕਹਿੰਦੇ ਸੀ ਅੱਜ ਆਉਣੇ ਦਾ, ਕੱਲ੍ਹ ਨੇ, ਮਤਲਬ ਇਹਨਾਂ ਦਾ ਜਿਸ ਤਰ੍ਹਾਂ ਵੀ ਵਿਜ਼ਿਟ ਹੈਗਾ ਉਹਦੇ ਹਿਸਾਬ ਨਾਲ ਅੱਜ ਇਹਨਾਂ ਨੇ ਆਉਣਾ ਸੀਗਾ। ਅਸੀਂ ਇਹਨਾਂ ਨਾਲ ਹੀ ਗੱਲ ਕੀਤੀ, ਅਸੀਂ ਸੀਨੀਅਰ ਅਧਿਕਾਰੀ ਨਾਲ ਕਿਸੇ ਨਾਲ ਨਹੀਂ ਗੱਲ ਕੀਤੀ। ਲੱਗਦਾ ਮਨੀਸ਼ਾ ਗੁਲਾਟੀ ਮੈਡਮ ਜਾ ਰਿਹਾ ਮਸਲੇ ਦਾ ਹੱਲ ਹੋਏਗਾ? ਜਿਹੜੀ ਗੱਲਾਂ ਤੁਸੀਂ ਕਰਦੇ ਜੋ ਚੀਜ਼ਾਂ FIR ਵਿੱਚ ਨਹੀਂ ਲਿਖੀਆਂ ਗਈਆਂ? ਦੇਖੋ ਜੀ, ਫਿਰ ਵੀ ਮਹਿਲਾ ਕਮਿਸ਼ਨ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਜ਼ਿੰਮੇਵਾਰੀ ਨੂੰ ਆਪਣੀ ਨੂੰ ਪੂਰੀ ਨਿਭਾਉਣ ਦੀ ਖਾਤਰ ਤੇ ਇਸ ਲੜਕੀ ਦੇ ਪੱਖ ਦੇ ਵਿੱਚ ਜੋ ਵੀ ਗੱਲ ਬਣਦੀ ਹੈਗੀ ਉਹ ਜ਼ਰੂਰ ਕਰਨਗੇ ਜੀ। ਠੀਕ ਹੈ ਨਾ ਜੀ, ਸਾਨੂੰ ਤਾਂ ਉਸ ਤੇ ਉਹਨਾਂ ਤੇ ਇਹ ਆਸ ਉਮੀਦ ਹੈਗੀ ਜੀ। ਬਾਈ ਜੀ, ਬਹੁਤ ਘੱਟ ਸਮਾਂ ਵਿਆਹ ਸੀਗਾ ਤੇ ਇਹ ਕੁਝ ਵਾਪਰ ਗਿਆ, ਕੀ ਲੱਗਦਾ ਕਦੇ ਸੋਚਿਆ ਸੀ ਵੀ ਜਿਹਾ ਵੀ ਹੋ ਜਾਏਗਾ? ਦੱਸਿਆ ਤੁਸੀਂ ਪਹਿਲਾਂ ਜਿਵੇਂ ਕੱਲੀ ਭੈਣਾਂ 4 ਭਰਾਵਾਂ ਦੀ, ਤੇ ਲੱਗਦਾ ਸੀ ਵੀ ਇਸ ਤਰ੍ਹਾਂ ਦਾ ਹੋ ਜਾਏਗਾ? ਬੜੇ ਚਾਅ ਹੁੰਦਾ ਭੈਣ ਭਰਾਵਾਂ ਦੇ ਵੀ? ਨਹੀਂ ਜੀ, ਬਹੁਤ ਚਾਅ ਸੀਗੇ ਸਾਨੂੰ ਤਾਂ, ਵਧੀਆ ਇਦਾਂ ਦਾ ਕੋਈ ਹੈ ਹੀ ਨਹੀਂ ਸੀਗਾ ਵੀ ਇਦਾਂ ਦਾ ਵੀ ਇਹੋ ਜਿਹੇ ਨਿਕਲਣਗੇ ਜੀ ਉਹ। ਹਾਂਜੀ ਸਰ, ਤੇ ਇਤਨਾ ਕੁੱਟ ਮਾਰ ਰਿਹਾ ਵਾ, ਰੋਲਾ ਪਾ ਰਿਹਾ ਜੀ, ਇਹ ਨਾ ਰੋਲਾ ਪਾ ਰਹੀ ਸੀਗੀ ਉੱਪਰ, ਤੇ ਥੱਲੇ ਮਾਂ ਪਿਓ ਨੂੰ ਪਤਾ ਹੀ ਨਹੀਂਗਾ ਵੀ ਕੀ ਹੋ ਰਿਹਾ ਉੱਪਰ, ਤੇ ਉਹ ਨਾਲ ਰਲੇ ਹੋਏ ਸੀਗੇ ਜੀ ਉਹਨਾਂ ਨੂੰ। ਠੀਕ ਹੈ ਜੀ, ਤੇ ਰੋਟੀ ਪਾਣੀ ਵਧੀਆ ਬਣਾ ਕੇ ਖਵਾਇਆ ਇਹਨੇ ਸ਼ਾਮ ਨੂੰ ਜੀ ਉਹਨਾਂ ਨੂੰ, ਤੇ ਉਸ ਤੋਂ ਬਾਅਦ ਰਾਤ ਨੂੰ 11 3 4 ਮਿੰਟ ਦਾ ਹੀ ਹੈ ਆਹ ਕੰਮ ਕਰਤਾ ਜੀ ਇਹਨੇ। ਤਾਂ ਇੱਥੇ ਵੀ ਕੋਈ ਜਿਵੇਂ ਭੈਣ ਹੋਰਾਂ ਨੇ ਦੱਸਿਆ ਵੀ ਇੱਥੇ ਵੀ ਗੇੜੇ ਵਗੈਰਾ ਮਾਰਦੇ ਨੇ ਲੋਕ ਇੱਥੇ ਆ ਕੇ ਜਾਂ ਕਿੱਦਾਂ? ਹਾਂਜੀ, ਇੱਥੇ ਵੀ ਗੱਡੀਆਂ ਗੁੱਡੀਆਂ ਗੇੜੇ ਮਾਰਦੇ, ਕੋਈ ਡਰ ਵਗੈਰਾ? ਸਰ ਸਾਡੇ ਕੋਲ ਗੱਡੀ ਦਾ ਨੰਬਰ ਹੈਗਾ ਜੀ, ਉਹ ਜਿਹੜਾ ਇੱਥੇ ਪੁੱਛ ਗਿੱਛ ਵੀ ਕਰਕੇ ਗਿਆ ਵੀ ਕਿੱਦਾਂ ਦੇ ਬੰਦੇ ਆ, ਕੀ ਕਰਦੇ ਆ ਕੀ ਨਹੀਂ ਜੀ। ਹਾਂਜੀ, ਆਈਡੀਆ ਕੋਈ ਨਹੀਂ ਹੈ ਜੀ, ਮੈਰਿਜ ਤੋਂ ਬਾਅਦ ਪੁੱਛਣ ਦਾ ਕੋਈ ਆਈਡੀਆ ਹੀ ਨਹੀਂ ਕਿ ਵੀ ਕਿੱਦਾਂ ਦੇ ਬੰਦੇ ਜਾਂ ਕਿਸ ਤਰ੍ਹਾਂ ਦੇ ਹੈਗੇ ਆ। ਇਸ ਵਾਕਿਆ ਤੋਂ ਪਹਿਲਾਂ ਦੀ ਗੱਲ ਹੈ ਜੀ? ਨਹੀਂ, ਬਾਅਦ ਚ ਜੀ, ਹੁਣ ਆਹ ਲੜਕੀ ਦੇ ਵਾਕਿਆ ਤੋਂ ਬਾਅਦ ਚ ਆ ਕੇ ਪੁੱਛ ਕੇ ਗਏ ਹੈਗੇ। ਹਾਂਜੀ। ਬਾਕੀ ਉਹਨਾਂ ਦੇ ਪਰਿਵਾਰ ਦੀ ਜੀ ਇਹ ਸਾਰਾ ਮਿਲ ਜੁਲ ਕੇ ਹੀ ਕੰਮ ਹੋਇਆ ਹੈਗਾ, ਇਕੱਲੇ ਮੁੰਡੇ ਦੀ ਹਿੰਮਤ ਨਹੀਂ ਹੈਗੀ ਸੀਗੀ ਇੰਨੀ, ਪੂਰੇ ਪਰਿਵਾਰ ਦਾ ਡਿਸਪਲਿਨ ਦੇ ਨਾਲ ਕੰਮ ਹੋਇਆ ਹੈਗਾ ਇਹ ਸਾਰਾ। ਤੇ ਇਕੱਲੇ ਮੁੰਡੇ ਦੀ ਹਿੰਮਤ ਨਹੀਂ ਸੀਗੀ, ਮੁੰਡਾ ਬਹੁਤ ਸਾਊ ਹੈਗਾ, ਕੋਈ ਐਸੀ ਗੱਲ ਨਹੀਂ ਹੈਗੀ, ਦੇਖਣ ਪਾਖਣ ਨੂੰ ਬਹੁਤ ਸਾਫ, ਮਤਲਬ ਬੇਸਾਊ ਹੈਗਾ, ਕੋਈ ਫਾਲਤੂ ਗੱਲ ਨਹੀਂ ਕਰਦਾ ਹੈਗਾ, ਲੇਕਿਨ ਜਿਹੜਾ ਉਹਨੇ ਕਦਮ ਚੱਕਿਆ ਹੈਗਾ ਉਹ ਉਹਦੀ ਇਕੱਲੇ ਦੀ ਵਿਚਾਰਧਾਰਾ ਦਾ ਨਹੀਂ ਹੈਗਾ। ਹਾਂਜੀ, ਪੂਰੇ ਪਰਿਵਾਰ ਦਾ ਸਹਿਯੋਗ ਹੈ, ਜਿਹਦੇ ਵਿੱਚ ਮਦਰ ਦਾ ਸਭ ਤੋਂ ਜ਼ਿਆਦਾ ਹੱਥ ਹੈ ਜੀ। ਚਾਚੀ ਜੀ, ਸਾਡੇ ਨਾਲੇ ਮਾਤਾ ਜੀ, ਜਿਵੇਂ ਕਿ ਗੱਲ ਕੀਤੀ ਜਾਵੇ ਤਾਂ ਲੜਕੀਆਂ ਆਪਣੇ ਭਰਾ ਨੂੰ, ਆਪਣੇ ਪਿਤਾ ਨੂੰ ਗੱਲਾਂ ਕਈ ਵਾਰ ਨਹੀਂ ਦੱਸਦੇ ਵੀ ਝਗੜਾ ਵੱਧ ਸਕਦਾ ਵਾ। ਕਈ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਆ ਵੀ ਹਾਂ ਕਲੇਸ਼ ਪੈਂਦਾ, ਕੋਈ ਲੜਾਈ ਝਗੜਾ ਕਰਦੇ ਘਰ 'ਚ? ਸਾਨੂੰ ਜੀ ਉਹਨੂੰ ਲੜਕੀ ਨੂੰ ਉਹਨਾਂ ਨੇ ਮਨਾ ਕਰ ਦਿੱਤਾ ਸੀ ਵੀ ਆਪਦੇ ਮਾਂ-ਬਾਪ ਨੂੰ ਦੱਸਣਾ ਨਹੀਂ। ਹਾਂਜੀ, ਲੜਕੀ ਨੇ ਸਾਡੇ ਕੋਲ ਕੋਈ ਗੱਲ ਨਹੀਂ ਸੀ ਕੀਤੀ। ਤੁਹਾਡੇ ਨਾਲ ਵੀ ਕਦੇ ਗੱਲ ਨਹੀਂ ਹੋਈ ਲੜਕੀ ਦੀ? ਸਾਡੇ ਨਾਲ ਕੋਈ ਗੱਲ ਨਹੀਂ ਕੀਤੀ, ਉਹਨਾਂ ਦੇ ਘਰਦਿਆਂ ਨੇ, ਸੱਸ ਨੇ ਤੇ ਇਹਦੀ ਨਣਦ ਨੇ ਇਹਨੂੰ ਮਨਾ ਕਰ ਦਿੱਤਾ ਸੀ। ਹਾਂਜੀ, ਸੱਸ ਕਲੇਸ਼ ਕਰਦੀ ਹੈ ਵੀ ਮੈਨੂੰ ਦਾਜ ਘੱਟ ਦਿੱਤਾ ਲੜਕੀ ਨੂੰ, ਮੈਨੂੰ ਗਹਿਣਾ ਗੱਟਾ ਵੀ ਘੱਟ ਪਾਇਆ। ਲੜਕੀ ਨੇ ਕਲੇਸ਼ ਬਹੁਤ ਜ਼ਿਆਦਾ ਕਰ ਰਹੀ ਹੈ। ਦਾਜ ਵਗੈਰਾ ਕੀ ਕੁਛ ਦਿੱਤਾ ਤੁਸੀਂ? ਦਾਜ ਬਾਰੇ ਜੋ ਗਰੀਬਾਂ ਦੇ ਵਿੱਚ ਸਰਦਾ ਅਗਲਾ ਦੇ ਦਿੰਦਾ ਵਾ। ਅਸੀਂ ਕਿੰਨੇ ਕੁ ਤੁਹਾਨੂੰ ਬਾਅਦ ਵੀ ਮੰਗ ਕਰਦੇ ਸੀ ਉਹ? ਸਾਡਾ ਘਰ-ਬਾਰ ਦੇਖ ਕੇ ਦੇਖ ਲਓ ਅਸੀਂ ਕਿੰਨਾ ਕੁ ਦਾਜ ਦੇਣ ਜੋਗੇ। ਮਤਲਬ ਕਿ ਜੋ ਕੁਝ ਤੁਸੀਂ ਦਿੱਤਾ ਵਾ, ਧੀ ਦੇ ਤੀ ਇਹ ਸਭ ਕੁਝ ਹੁੰਦਾ ਵਾ, ਫਿਰ ਵੀ ਤੁਸੀਂ ਬਹੁਤ ਕੁਝ ਦਿੱਤਾ ਵਾ, ਤਾਂ ਉਸ ਤੋਂ ਬਾਅਦ ਵੀ ਉਹ ਸੰਤੁਸ਼ਟ ਨਹੀਂ ਸੀਗੇ ਜੀ? ਨਹੀਂ ਜੀ। ਤਾਂ ਤੁਸੀਂ ਸੁਣਿਆ ਇਹ ਅਮਨਦੀਪ ਕੌਰ ਦਾ ਜਿਹੜਾ ਇਹ ਦੁਖਾਂਤ ਹੈਗਾ ਵਾ, ਵਿਆਹ ਤੋਂ 1 ਮਹੀਨੇ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇੱਕ ਭਲੇ ਆਦਮੀ ਨੇ ਆ ਕੇ ਭੈਣ ਦੀ ਹੈਲਪ ਕੀਤੀ ਤੇ ਹਸਪਤਾਲ ਪਹੁੰਚਾਇਆ, ਪਰ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਅੱਜ ਵੀ ਜਿਹੜਾ ਪਰਿਵਾਰ ਹੈ ਉਹ ਹਤਾਸ਼ ਨਜ਼ਰ ਆ ਰਿਹਾ ਵਾ। ਪੁਲਿਸ ਵੱਲੋਂ ਚੀਜ਼ਾਂ ਨਹੀਂ ਲਿਖੀ ਗਈਆਂ ਜੋ ਅਮਨਦੀਪ ਕੌਰ ਹੋਰਾਂ ਵੱਲੋਂ ਉਸ ਰਿਪੋਰਟ ਵਿੱਚ ਰਖਾਈਆਂ ਸਨ। ਤਾਂ ਮਨੀਸ਼ਾ ਗੁਲਾਟੀ ਮੈਡਮ ਜਾ ਰਿਹਾ, ਦੇਖਦੇ ਹਾਂ ਕੀ ਪਰਿਵਾਰ ਨਾਲ ਗੱਲ ਕਰਦੇ ਆ। ਮਨੀਸ਼ਾ ਗੁਲਾਟੀ ਦੀ ਕਾਰਵਾਈ ਤੋਂ ਬਾਅਦ ਇਹਨਾਂ ਦੇ ਜਿਹੜਾ ਕੇਸ ਆ ਕਿੰਨਾ ਕੁ ਮਜ਼ਬੂਤ ਹੁੰਦਾ ਵਾ, ਇਹ ਵੀ ਅੱਗੇ ਦੇਖਣ ਵਾਲੀ ਗੱਲ ਹੋਏਗੀ। ਅਮਨਦੀਪ ਦੇ ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ, ਬਹੁਤ ਘੱਟ ਸਮੇਂ ਵਿੱਚ 4 ਭਰਾਵਾਂ ਦੀ ਇੱਕ ਭੈਣ ਆ, ਤੇ ਅਜਿਹਾ ਵਾਕਿਆ ਹੋ ਗਿਆ, ਸਮਾਂ ਵੀ ਨਹੀਂ ਕੁਝ ਜ਼ਿਆਦਾ ਹੋਇਆ ਸੀਗਾ ਹਲੇ ਵਿਆਹ ਨੂੰ, ਤਾਂ ਕੀ ਕਹੋਗੇ ਤੁਸੀਂ ਇਸ ਬਾਰੇ ਜੀ?
ਮੈਂ ਕੁਛ ਨਹੀਂ ਕਹਿ ਸਕਦੀ, ਮੈਂ ਤਾਂ ਬਲੱਡ ਵਧਿਆ ਹੋਇਆ ਮੇਰਾ, ਮੇਰੇ ਤੋਂ ਤਾਂ ਜਮੇ ਹੀ ਚੱਲ ਨਹੀਂ ਹੁੰਦੀ ਕੋਈ ਵੀ ਗੱਲ ਵੀ, ਜਾਣੀ ਕਿ ਬਹੁਤ ਚਾਵਾਂ ਦੇ ਨਾਲ ਪਾਲੀ ਸੀ ਬੇਟੀ, ਇਹ ਸਾਰੇ ਹੀ ਪਾਲਦੇ ਆ ਧੀਆਂ ਨੂੰ, ਪਰ ਇਹ ਜਿਹੀ ਮੇਰੀ ਧੀ ਨਾ ਹੋਈ ਆ, ਪਰ ਕਿਸੇ ਦੀ ਧੀ ਨਾਲ ਨਾ ਹੋਵੇ, ਮੈਂ ਤਾਂ ਬਸ ਇਹੀ ਹੱਥ ਜੋੜਦੀ ਆਂਗੀ। ਬਹੁਤ ਤੜਫਾਈ ਜਾਂਦੀ ਹੋਈ ਇਹ, ਮਤਲਬ ਕਿ ਸਾਨੂੰ ਜੇ ਬਿਲਕੁਲ ਨਹੀਂ ਮੇਰੀ ਧੀ ਨੇ ਦੱਸਿਆ ਕਿ ਵੀ ਮੇਰੇ ਤਾਂ ਮੰਮੀ ਡੈਡੀ ਹੁਣਾਂ ਨੇ ਪਹਿਲਾਂ ਹੀ ਬਹੁਤ ਔਖਾ ਦਿਨ ਦੇਖੇ ਹੋਏ ਨੇ ਸਾਡੇ, ਗਰੀਬੀ ਦਾ ਵੀ, ਨਿਆਣੀ ਵੀ ਕੰਮ ਕਰਦੀ ਰਹੀ ਹੈਗੀ ਮੇਰੀ ਦਾ ਆਪ ਜੀ। ਤਾਂ ਕਦੇ ਤੁਹਾਡੇ ਨਾਲ ਗੱਲ ਵੀ ਨਹੀਂ ਕੀਤੀ ਅਮਨਦੀਪ ਹੋਰਾਂ ਨੇ ਜੀ? ਨਾ, ਮੇਰੇ ਨਾਲ ਕੋਈ ਗੱਲ ਨਹੀਂ ਸੀ ਕੀਤੀ, ਮੈਨੂੰ ਆਹ ਥੋੜਾ ਜਿਹਾ ਬਲੱਡ ਵਾਧਾ ਕਰਕੇ ਅਮਨ ਨੇ ਬਹੁਤ ਜਾਣੀ ਕਿ ਮੈਂ ਤੋਲੇ ਰੱਖੇ, ਕੋਈ ਗੱਲ ਨਹੀਂ, ਅਸੀਂ ਵਧੀਆ ਆਈ ਆ 4 ਦਿਨ ਮੇਰੇ ਕੋਲ, ਖੁਸ਼ੀ ਰਹਿ ਕੇ ਗਈ ਆ 4 ਦਿਨ। ਜਾਣੀ ਕਿ ਉਪਰੀਆਂ ਗੱਲਾਂ ਜਦੋਂ ਕਰਨ ਲੱਗ ਗਏ ਫਿਰ ਮੇਰੇ ਮਨ ਨੂੰ ਹੋ ਗਿਆ ਬਸ ਇਹ ਮੇਰੇ ਤੋਂ ਪਰੇ ਗੱਲ ਕਰਦੀ ਸੀ, ਮੇਰੇ ਸਾਹਮਣੇ ਨਹੀਂ ਸੀ ਗੱਲ ਕਰਦੀ, ਜਾਣੀ ਕਿ ਜਿੱਦੇ ਲੈ ਕੇ ਗਏ ਬੁੜੀ ਨੇ ਕੋਈ ਕਸਰ ਨਹੀਂ ਛੱਡੀ ਹੈਗੀ, ਅਸੀਂ ਬੋਲੇ ਨਹੀਂ, ਇਹ ਸਾਰੇ ਬੈਠੇ, ਮੈਂ ਪੁੰਜੇ ਹੀ ਪੈ ਗਈ, ਪਹਿਲਾਂ ਪੁੰਜੇ ਪੈ ਗਈ, ਉੱਥੋਂ ਉੱਠ ਕੇ ਮੈਂ ਬੈੱਡ ਤੇ ਪੈ ਗਈ, ਮੇਰੇ ਤੋਂ ਤਾਂ ਇਹਨਾਂ ਦਾ ਕੁਛ ਵੀ ਨਹੀਂ, ਬੁੜੀ ਦਾ ਸੁਣ ਹੋਇਆ, ਇੰਨਾ ਵਕਤੀ ਸੀ ਬੁੜੀ, ਅਸੀਂ ਫੇਰ ਵੀ ਉਹਦੇ ਮੂਹਰੇ ਹੱਥ ਜੋੜੀ ਜਾਈਏ, ਹੱਥ ਮੂਹਰੇ ਜਾਣੀ ਕਿ ਵੀ ਚੱਲ ਕੋਈ ਨਾ, ਧੀਆਂ ਦੇ ਘਰ ਮਾਪੇ ਧੀਆਂ ਵਾਲੇ ਸਦੋਂ ਹੀ ਨੀਵੇਂ ਹੁੰਦੇ ਨੇਗੇ, ਅਸੀਂ ਤਾਂ ਕਹਿੰਦੇ ਵੀ ਚੱਲ ਸਾਡੀ ਧੀ ਬਸ ਜੂਗੀ, ਚੱਲ ਕੋਈ ਨਾ, ਵੀ ਇਹ ਹੁੰਦੀਆਂ ਹੀ ਰਹਿੰਦੀਆਂ ਨੇ ਮਾੜੀਆਂ ਮੋਟੀਆਂ, ਪਰ ਆਹ ਨਹੀਂ ਸੀ ਪਤਾ ਵੀ ਐਡਾ ਕਦਮ ਚੱਕਣਗੇ ਜਾਂ ਮੁੰਡਾ ਆਹ ਕੰਮ ਕਰੂਗਾ। ਡਿਮਾਂਡ ਵੀ ਕਰਦੇ ਸੀਗੇ ਕਿਸੇ ਡਿਮਾਂਡ ਜਾਣੀ ਕਿ ਪਹਿਲਾਂ ਬਹੁਤ ਗਈ, ਤੇ ਪਹਿਲਾਂ ਕਹਿੰਦੇ ਸੀ ਕੁਛ ਨਹੀਂ ਲੈਣਾ, ਉਦੋਂ ਬਾਅਦ ਵਿੱਚ ਧੀ ਨੂੰ ਤੰਗ ਕਰਨ ਲੱਗ ਗਏ, 4-5 ਦਿਨਾਂ ਬਾਅਦ ਹੀ ਕੰਮ ਤੇ ਲਾਤੀ, ਜਾਣ ਕੇ ਕੰਮ ਕਰੀਓ ਵੀ ਬਿਲਕੁਲ ਨਹੀਂ ਕਹਾਇਆ ਇਹਨੇ, ਜਿੰਨਾ ਵੀ ਕੰਮ ਕਹਿੰਦੀ ਸੋਮੀ ਕਰੀ ਜਾਂਦੀ, ਜਿਵੇਂ ਚੂੜੀਆਂ ਲੱਗਦੀਆਂ ਨੇ ਕੰਮ ਕਰਨ ਉਹ ਸੋਮੀ ਕਰਾਈ ਜਾਂਦੀ ਸੀ ਸਾਰੀ ਦਿਹਾੜੀ। ਕੁੜੀ ਨੇ ਕਦੇ ਨਹੀਂ ਸੀ ਵੀ ਨਾ ਕੋਈ ਲੀੜਾ ਪਾਇਆ, ਨਾ ਕੋਈ ਕੁਛ ਕੀਤਾ, ਜਮਾਂ ਹੀ ਬਸ ਐਂ ਹੀ ਰਹਿੰਦੀ ਸੀ ਸਾਰੀ ਦਿਹਾੜੀ, ਰੱਖਦੇ ਵੀ ਆਏ ਸੀਗੇ। ਤਾਂ ਕੀ ਲੱਗਦਾ ਜੇ ਮਨੀਸ਼ਾ ਗੁਲਾਟੀ ਬਾਰੇ ਇਨਸਾਫ ਮਿਲੇਗਾ, ਪੁਲਿਸ ਵੱਲੋਂ ਢਿੱਲੀ ਕਾਰਵਾਈ ਕੀਤੀ? ਜੀ, ਇਹਨਾਂ ਦੇ ਬਿਆਨ ਕੁੜੀ ਦੇ ਜਾਣੀ ਕਿ ਸਹੀ ਉਹਨਾਂ ਨੇ ਬਦਲਤੇ ਨੇਗੇ, ਪਿੱਛੇ ਪੈਸਾ ਪੂਸਾ ਲੈ ਕੇ ਕੰਮ ਕਰੀ ਜਾਂਦੇ ਨੇ, ਕੋਈ ਪਤਾ ਨਹੀਂ ਲੱਗਦਾ, ਸਾਨੂੰ ਤਾਂ ਗਰੀਬੀ ਦਾ ਵੇ, ਸੱਚ ਤਾਂ ਕੁਛ ਨਹੀਂ ਕਹਿ ਸਕਦੇ ਇਸ ਟਾਈਮ। ਤੁਸੀਂ ਕੀ ਅਪੀਲ ਕਰੋਗੇ ਮਾਪਿਆਂ ਨੂੰ, ਕੀ ਜਿਹੜੇ ਧੀਆਂ ਵਿਆਹੁੰਦੇ ਆ, ਕੀ ਅਪੀਲ ਕਰੋਗੇ? ਬਹੁਤ ਘੱਟ ਸਮੇਂ ਵਿੱਚ ਹਾਲੇ ਜੱਜਮੈਂਟ ਬੰਦੇ ਦੀ ਹੁੰਦੀ ਨਹੀਂ, ਕੀ ਕਹੋਗੇ ਮਾਪਿਆਂ ਨੂੰ? ਕੀ ਕਹੀਏ ਹੁਣ, ਮੈਨੂੰ ਕੁਛ नहीं पता लगता मैं की कहना मां। ये पायल, यही वुमेन एम्पावरमेंट पे जो मैं बार बार बोलती हूँ कि जमीनी हकीकत कुछ और है, जमीनी हकीकत कुछ और है। ये देखिए एक बच्ची अकेली माँ बाप की बच्ची, और देखिए आज हमारे पास बहुत सारे केस हैं ऐसे कि जो लड़कियाँ कहती हैं कि हमारी शादी कर दी है। अभी मेरे पास परसों थर्सडे एक केस, एक लड़की ने इतना अच्छे से बड़ी हाई एजुकेटेड है वो लड़की, किसी गांव की रहने वाली है, कि मेरी शादी कर दी, लड़का फिजिकली फिट नहीं है, और उसने इतना चैलेंज किया हमारी कोर्ट में खड़े होके उस लड़के को, उसकी फैमिली को, कहती है शादी की रात इसने मेरा ऐसे मुआयना किया कि तू कुंवारी है। मुझे शर्म आ रही है बताते हुए, जो उस लड़की ने अपना केस मेरे आगे पुटअप किया, मुझे शर्म आ गई कि मेरा सारा स्टाफ सुनते हुए उस लड़की की बातें, तो कहती मैंने इनकी फैमिली को कहा कि अब तुमने मेरा तो इसने मुआवना कर लिया, ये फिजिकली फिट नहीं है, इसका कौन करेगा? वो लड़की मुझे कहती मैडम मुझे आप काले पानी की सज़ा देना, इसका फिजिकली टेस्ट इसका करवाओ, इसने मेरे को इतना हरास किया शादी की रात, खुद फिजिकली फिट नहीं है, और कहती मैं इसका इलाज कराने के लिए तैयार हूँ, मेरे साथ एक बारी चल के अपना चेकअप करवाए इलाज, क्योंकि मुझे अगर ये औलाद नहीं दे सकता ऐसा रिश्ता किस काम का। और जो फिजिकली फिट खुद नहीं है, अपनी भड़ास निकालने के लिए उसने इस हरकत इस बच्ची पे तेजाब डाला। अब ये वुमेन एम्पावरमेंट है, एब्सोल्युटली, ये वुमेन एम्पावरमेंट है। तो आज मेरा आने का यहाँ उद्देश्य ये था मेन, कि ये देखिए कि मैं चेयर पे बैठी हूँ, मुझे पता है ज़मीनी हकीकत, लोग बड़ी बड़ी बातें करते हैं कि मैन डोमिनेट सोसाइटी है, ये भी एक लाइन है जो आदमियों पर एक नाजायज़ एक टीका लगाया हुआ है, कि एक डॉट लगाया हुआ है कि मैन डोमिनेट सोसाइटी औरत को आगे नहीं बढ़ने देती, ऐसा नहीं है। इवन कि जो इनकी मदर इन लॉ, सिस्टर इन लॉ, सास और ननद हैं, वो दोनों खुद भी औरतें थी, और वही मैं कह रही हूँ, सपोर्ट नहीं किया, क्योंकि औरत को प्यार नहीं करती, औरत ही औरत को आगे नहीं बढ़ने देती। मुझे आज एक मैं मैसेज देना चाहती हूँ कि जो भी लड़की शादी के लिए आप पिंडा गांव वगैरह में, विलेज में ज़्यादा ज़रूरत है, इवन मैं वो पढ़ी लिखी लड़की का पहले फिजिकली टेस्ट होना चाहिए लड़के का। अगर आपको कोई डाउट है आप लड़की का भी करवाइए, अगर आपको कोई डाउट है एटलीस्ट ऐसी प्रॉब्लम्स तो ना हो, और अगर आपको प्रॉब्लम है तो आप शादी ना करवाइए, आप किसी मासूम के जीवन के साथ खिलवाड़ कर रहे हैं।
ये बहुत शर्मनाक मैम, आज वाक्य है। वुमेन्स डे सब लोग कह रहे हैं और विशेष की जा रही है, लेकिन आपको लगता है कि वुमेन्स डे, तो मुझे लगता है कि अगर आप हर रोज एक औरत की इज्जत करें तो वही वुमेन डे वही Yes, होता है। क्योंकि yes. आप अगर एक दिन औरत को सम्मान और बड़े बड़े शब्दों में आप लिख के जो हम डाल देते हैं पोस्ट, उससे तो वुमेन डे नहीं होता ना। बिल्कुल, मैं तो अमन बार बार ਇੱਕੋ ਹੀ ਗੱਲ ਕਹਿੰਦੀ ਆ ਕਿ ਕੋਈ ਵੂਮਨਸ ਡੇ ਇੱਕ ਦਿਨ ਨਹੀਂ ਬਣਿਆ, ਹਰ ਦਿਨ ਔਰਤ ਦਾ ਹੈ। ਹਰ ਦਿਨ ਇੱਕ ਮਰਦ ਦੇ ਪਿੱਛੇ ਵੀ ਇੱਕ ਔਰਤ ਹੈ, ਜਨਨੀ ਹੈ, ਜਨਮ ਦੇਣ ਵਾਲੀ, ਉਹਦੀ ਛਾਇਆ ਨੂੰ ਅੱਗੇ ਲੈ ਕੇ ਜਾਣ ਵਾਲੀ। ਬੈਲੈਂਸ ਕਰਨ ਰਿਸ਼ਤੇ ਨੂੰ, ਇੱਕ ਦੂਜੇ ਦਾ ਸਨਮਾਨ ਕਰਨ, ਹਰਾਸ ਨਾ ਕਰਨ। ਚੀਜ਼ਾਂ ਹਰਾਸ ਵੀ ਹੋ ਰਹੀਆਂ ਨੇ, ਕਾਨੂੰਨ ਦਾ ਦੁਰਉਪਯੋਗ ਹੋ ਰਿਹਾ ਹੈ। ਆਪਣੇ ਵੂਮਨਸ ਕਾਰਡ ਨੂੰ ਕਈ ਖੇਲ ਲੈਂਦੀਆਂ ਨੇ ਤੇ ਔਰਤ ਵੀ ਹਰਾਸ ਹੋ ਰਹੀ ਹੈ। ਔਰਤ ਆਪਣੇ ਆਪ ਨੂੰ अपनी डिग्निटी नाल प्यार नहीं कर रही, औरत नू सपोर्ट नहीं कर रही, औरत दा सम्मान नहीं कर रही। चीज़ां घरों शुरू होके बाहर तक प्रोफेशनल लाइफ तक पहुँच जांदियां ने। तुसी जर्नलिस्ट हो पायल, तुसी जर्नलिस्ट हो, मैं एक चेयर ते बैठी हाँ, साडे भी पर्सनल एक्सपीरियंस कहंदे ने कि औरत नू अगे नहीं वधन दिंदी। तुसी किन्नी को स्ट्रोंग हो, तुसी स्ट्रोंग हो, तुसी स्ट्रोंग हो, मैं स्ट्रोंग हाँ। गिनती च लेडीज़ ने जड़ियाँ फिंगर्स से असी काउंट कर सकते हैं कि अपने आप नू एक्सप्रैस कर पांदियां ने, अपने आप नाल प्यार करदियां ने, अपनी डिग्निटी नाल, अपने मान सम्मान नाल प्यार करदियां ने, नहीं कंप्रोमाइज़ करदियां। पर समाज नू सजग होने की ज़रूरत है। मेरा कहना है हुण टाइम आ गया है, मैन कम्यूनिटी ते तुसी ठीकड़ा ना फोड़ो कि वो तुहानू हरास करते ने, नहीं करते। जिन्हां दे सुर विगड़े हुए ने घरों ही, ਜਿਹੜੇ ਅੱਛੇ ਸੰਸਕਾਰ ਪੇਰੈਂਟਸ ਨੇ ਨਹੀਂ ਦਿੱਤੇ, ਉਹ ਕੁਛ ਹੀ % ਹੈਗੇ ਨੇ, ਉਹ ਵਿਗੜੇ ਹੀ ਰਹਿਣਗੇ। ਉਹਨਾਂ ਨੂੰ ਕਾਨੂੰਨ ਠੀਕ ਕਰੇਗਾ, ਪਰ ਸਾਰੀ ਕਮਿਊਨਿਟੀ ਨੂੰ, ਮੈਨ ਹੋਏ, ਮੇਲ ਹੋਏ, ਫੀਮੇਲ ਹੋਏ, ਇੱਕ ਤਰਾਜੂ 'ਚ ਨਾ ਤੋਲੋ। ਆਪਣੇ ਆਪ ਨਾਲ ਪਿਆਰ ਕਰੋ। ਮਰਦ ਔਰ ਔਰਤ ਦੋਨੋਂ ਇੱਕ ਦੂਜੇ ਦੇ ਸਿਰੇ ਨੇ, ਇੱਕ ਦੂਸਰੇ ਨੂੰ ਨਾਲ ਲੈ ਕੇ। ਪਰਿਵਾਰ ਦੀਆਂ ਦੋ ਮੰਗਾਂ ਜੀ, ਇੱਕ ਤਾਂ ਇਹ ਕਹਿੰਦੇ ਵੀ ਸਾਡੇ ਜਿਹੜੇ ਬਿਆਨ ਆ ਉਹਨਾਂ ਨੇ ਛੇੜਛਾੜ ਹੋਈ ਆ, ਹਾਂ, ਵੀ ਉਹ ਦੁਬਾਰਾ ਹੋਣ। ਦੂਸਰਾ ਇਹ ਪਰਿਵਾਰ ਦੀ ਮੰਗ ਆ ਵੀ ਇਹ ਲੜਕੀ ਜਿਹੜੀ ਬੱਚੀ ਤੇ ਇਹਨਾਂ ਨੇ ਤੇਜ਼ਾਬ ਪਾਇਆ, ਇਹ ਕਹਿੰਦੀ ਵੀ ਮੇਰੇ ਸੱਸ ਤੇ ਸਹੁਰਾ ਉਹ ਵੀ ਬਰੋਬਰ ਦੇ ਦੋਸ਼ੀ ਨੇ, ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਕੀ ਇਹਦੇ ਤੁਸੀਂ ਹੈਲਪ ਕਰੋਗੇ? ਦੇਖੋ ਹੁਣ ਇਮੀਡੀਏਟਲੀ ਮੇਰੇ ਕੱਲ ਆਫਿਸ ਪਹੁੰਚਦੇ ਇਨਵੈਸਟੀਗੇਸ਼ਨ ਬੈਠ ਜਾਏਗੀ। ਮੈਂ ਖੁਦ ਇੱਥੇ ਆਈ ਹਾਂ, ਇਹਨੇ ਮੇਰੇ ਅੱਗੇ ਸਟੇਟਮੈਂਟ ਦਿੱਤੀ ਹੈ, ਤੁਸੀਂ ਸਾਰੇ ਲੋਕ ਗਵਾਹ ਹੋ ਕਿ ਮੇਰੇ ਬਿਆਨਾਂ ਨਾਲ ਛੇੜਛਾੜ ਹੋਈ ਹੈ। ਦੁਬਾਰਾ ਤੋਂ ਬਿਆਨ ਹੋਣਗੇ। ਸੱਸ ਸਹੁਰੇ ਦੇ ਵੀ ਖਿਲਾਫ ਜਿਹੜੀ ਹੈ ਕੰਪਲੇਂਟ ਦੇ ਰਹੀ ਹੈ, ਇਹ ਦੁਬਾਰਾ ਤੋਂ ਉਹਨਾਂ ਦੇ ਨਾਮ ਕੇਸ ਦਰਜ ਉਹਨਾਂ ਤੇ ਵੀ ਹੋਏਗਾ। ਜੋ ਵੀ ਹੈ, ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ। ਸਾਡੀ ਪੈਰਵੀ ਇਹਦੀ ਕਾਨੂੰਨ ਦੀ, ਅਸੀਂ ਇਹਦੇ ਪੂਰੇ ਇਹਦੇ ਜਿਹੜੇ ਹੱਕ ਬੰਦੇ ਨੇ, ਅਸੀਂ ਪੂਰੀ ਇਸ ਕੇਸ ਦੀ ਪੈਰਵਾਈ ਕਰਾਂਗੇ। ਬਹੁਤ ਹੈਵੀ ਰਿਚ ਆ ਜੀ, ਉਹ ਕਹਿੰਦੇ ਜਿਹੜੇ ਆਈਓ ਉਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਜਾਵੇ, ਉਹ ਕਹਿੰਦੇ ਵੀ ਕਿਤੇ ਪੈਸੇ ਲੈ ਲੈ ਜਾਂ ਜੋ ਵੀ ਕੋਈ ਗੱਲ ਨਹੀਂ। ਸਾਨੂੰ ਸਭ ਨੂੰ ਸਭ ਕੁਝ ਸਭ ਪਤਾ है, ये पब्लिक है जो सब जानती है। कानून अपना काम करेगा। शादी की उम्र 18 से 21 करी है, वो आपको लगता है कि हर गांव और शहर में लोगों को ज़रूर उसको अपनाना चाहिए? वो एक बहुत बड़ा रीज़न है इस तरह के हादसे होने का। देखिए, हमारे ऑनरेबल प्राइम मिनिस्टर जी ने, मैं 2019 में उनसे मिलने गई थी, तो उनका ये बड़ा कंसर्न था, क्योंकि मैं पंजाब से हूँ। तो उन्होंने मेरे से उस समय ये बात की थी कि पंजाब के बच्चे बाहर क्यों जाते हैं, इंडस्ट्री क्यों नहीं है, या हमारी जो स्कीम्स हैं उन पर इम्प्लीमेंट क्यों नहीं लेते स्टेट गवर्नमेंट। तो उस टाइम बड़ा कंसर्न था। अब कमीशन का थोड़ा स्वरूप बदलेगा। डंडा तो चलो हमेशा से तगड़ा रहा है आप लोगों के साथ, आप लोगों का बहुत बड़ा साथ है हमारे साथ। तो अब कमीशन का थोड़ा स्वरूप भी चेंज होगा। आने वाले महीनों में हमें भारत सरकार के सपोर्ट से हम अपनी पंजाब की विमेंस की बेटियों के लिए, बहनों के लिए हम कोशिश करेंगे इंडस्ट्री यहाँ पे लाई जाए, हेल्थ पे काम हो। आज हर 10 में से 3 औरतें सर्वाइकल कैंसर, उनको ये भी नहीं पता विलेजेस में प्रॉब्लम है क्या। पैप्समेयर का टेस्ट होता है, तुम्हें पता है, मुझे पता है। विलेजेस में इनको पता ही नहीं होगा पैप्समेयर किस बला का नाम है, जिस प्रॉब्लम जहाँ से शुरू होती है। तो हमारे आने वाले समय में हम हेल्थ पे काम करेंगे, हम एजुकेशन पे काम करेंगे, आप लोगों के साथ मिल के काम करेंगे, गाँव टू गाँव जाएंगे। हम भारत सरकार की जितनी भी स्कीम्स चल रही हैं वुमेन एम्पावरमेंट को लेके हम उनके ऊपर काम करेंगे। बाकी पब्लिक का तो हमें साथ, मेरा विज़न एक ही है, अपने यूथ को लेके, विमेन को लेके। आज मेरे का यहाँ पे आने का पर्पज़ भी, बच्ची से मैं फ़ोन पे बात कर चुकी हूँ। जिस दिन मुझे इंसिडेंट का पता चला तो आप लोगों ही द्वारा मुझे बताया गया, इसने मुझे भी कॉन्टैक्ट किया, तो मैंने उसी दिन ही डिसाइड किया था। क्योंकि जब से मैं इस सीट पे बैठी हूँ, मुझे लगता है जो ये एक दिन समर्पित किया गया औरत को, ये एक्चुअल में इसका कोई मेरे पास शब्द नहीं है। नहीं, मैं नहीं मानती, हर दिन औरत का है। ये सारे ब्रांडेड नेम्स हैं, अदरवाइज तो वुमेन डे इज एवरी डे, यस, हर दिन औरत का है। औरत घर की पिल्लर है,
पर औरत ये भी ना समझे कि मैं कानून का दुरुपयोग कर सकती हूँ, अपने औरत होने का फ़ायदा उठा सकती हूँ, या मेल क्योंकि कानून भी अगर देखा जाए काफी हद तक विमेन सेंट्रिक है, औरत का साथ देते हैं और इसी चक्कर में कई बार मर्द जो है उनके साथ भी नाइंसाफी हो जाती होती है। इसीलिए बोल रही हूँ, जिस दिन से बनी हूँ, चेयर पे बैठी हूँ, इस चीज़ को समझ रही हूँ। हर 10 में से 3% जो मैन है वो इनोसेंट है, पर वो जाए कहाँ? समटाइम पुलिस सुनना नहीं चाहती, या सिस्टम ऐसा हो चुका है कि मेल कम्युनिटी को भी उस सिस्टम के अनुसार ही सुना जाता है। अब जैसे इस तो केस ये की बात चीज़ों करें, को इस बैलेंस केस करने में के लिए क्या मतलब बैलेंस करने के लिए स्ट्रॉन्ग लॉ होने चाहिए। अब जैसे ये केस है, इसमें तो एसिड अब तो ओपनली अवेलेबल ही नहीं है। अब क्या आपको लगता है आप एसिड लेने जाते हैं आप सबको आराम से मिल जाता है? नहीं अवेलेबल है, नहीं अवेलेबल है। तो ये तो बहुत सब सारे सोची समझी साजिश, और ये एसिड गिराना तो मुझे लगता है औरत के ऊपर सबसे बड़ा क्रूरता भरा बहुत बड़ा क्राइम है। और देखिए 1 महीने की शादी में लगातार उसे हरास अभी के तक नहीं उतारा उतार देगी। इस चूड़े की कोई वैल्यू नहीं है, ये उतार देगी चूड़ा अब, क्योंकि इस रिश्ते में जो उसने हरकत की है तो इस चूड़े का कोई अब मीनिंग ही नहीं रह गया। ये लड़की जीवन में आगे बढ़ेगी और ये ठीक होगी और स्ट्रॉन्ग होके अपना केस लड़ेगी। भाई हैं उसके, हाँ, 4 अरे support हैं। केस कोर्ट में केस लड़ेगी, अपना सम्मान के लिए कमीशन का साथ रहेगा, और हमारी कमीशन के लिए एम्बेसडर भी बनेगी, बनेगी ना। यस, और अपने जैसी और लड़कियों के लिए ਇਹਨੂੰ ਹੁਣ ਤੁਸੀਂ ਅੱਗੇ ਪੜਾਣਾ ਵੀ ਹੈ, ਇਹ ਕਰੇਗੀ, अपने आप ਨੂੰ पैरों ਤੇ खड़ा करेगी। ठीक है बेटा, ਅਸੀਂ ਤੇਰੇ ਨਾਲ ਆ। ठीक है, शाबाश। ਤੇ ठीक है बेटा, तू अपनी रिपोर्ट्स रख ਤੇ ਅਸੀਂ ਡਿਊਟੀ ਲਗਾ ਦਾਂਗੇ। ਇਨਵੈਸਟੀਗੇਸ਼ਨ ਅਸੀਂ ਕੋਈ ਹੋਰ ਆਫੀਸਰ अपॉइंट कर देंगे, साढ़े वालों कल ही ऑर्डर इशू हो जाएंगे, दोबारा तो इन्वेस्टिगेशन होएगी, तेरी स्टेटमेंट होएगी, तू बेखौफ होके अपने बयान देने में। ਮੈਮ ਜਿਹੜੇ ਬਾਅਦ ਮਾਤਾ ਨੂੰ ਮਿਲੇ ਸੀ ਉਹਨਾਂ ਦੀ ਬੇਟੇ ਵੱਲੋਂ ਜ਼ਮੀਨ ਹੜਪ ਲਈ ਗਈ ਹੈ, ਮਾਤਾ ਆਪਣੇ ਭਰਾ ਦੇ ਘਰ ਰਹਿੰਦੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? देखो ये बड़ा दुखद है। मैं आज सवेर तो कह रही हाँ, लाइव भी आई सी कि औरत ही औरत दी दुश्मन है। किस तरह सोच सकते हैं कि एक सकी ਧੀਆਂ अपनी मां ਨੂੰ हरास कर रही ने, प्रॉपर्टी खोल ली गई है, कहती 2 ਧੀਆਂ ਨੂੰ। बेटियां तो कहा जाता है कि माँ की असली सपोर्टिव Supportive बेटे को फिर भी कई बार हम कह देते हैं ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੇ, ਇੱਥੇ ਸਭ ਕੁਝ ਉਲਟ ਹੋਇਆ ਲੱਗਦਾ ਜੀ। ਉਲਟ ਹੋਇਆ ਨਹੀਂ, ਹੋ ਰਿਹਾ, ਹਰ ਜਗ੍ਹਾ ਤੇ ਹੀ ਹੋ ਰਿਹਾ। ਕਿੰਨੀਆਂ ਔਰਤਾਂ ਵਿਚਾਰੀਆਂ ਸਾਡੇ ਕੋਲ ਆ ਹੀ ਨਹੀਂ ਪਾਉਂਦੀਆਂ, ਸਮਾਜ ਦਾ ਡਰ, ਇਹੋ ਦੁੱਖ ਸੋਚ ਕੇ ਕਿ ਸ਼ਾਇਦ ਰੱਬ ਨੇ ਸਾਡੀ ਕਿਸਮਤ ਵਿੱਚ ਇਹ ਲਿਖਿਆ ਹੈ। ਤੇ ਔਰਤਾਂ ਬਹੁਤ ਸਾਰੀ ਵੂਮਨ ਕਮਿਊਨਿਟੀ ਰੋ ਰਹੀ ਹੈ, ਕਿਤੇ ਨਾ ਕਿਤੇ ਸਮਾਜ ਔਰ ਸੁਸਾਇਟੀ ਤੇ ਜ਼ਿੰਮੇਦਾਰ ਹੈ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪੋਲੀਟੀਕਲ ਨੁਮਾਇੰਦੇ ਵੀ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ, ਕਿਸੇ ਇੱਕ ਹੱਦ ਤੱਕ ਉਹਨਾਂ ਨੂੰ ਵੀ ਇਸ ਆਪਣੇ ਏਰੀਏ ਦੀ ਪ੍ਰੋਬਲਮਸ ਨੂੰ ਦੇਖਣਾ ਚਾਹੀਦਾ। ਉਹਨਾਂ ਦੇ ਹੱਕਾਂ ਲਈ ਤੁਸੀਂ ਵੋਟ ਮੰਗਣ ਆ ਜਾਂਦੇ ਹੋ, ਉਹਨਾਂ ਦੀ ਆਵਾਜ਼ ਵੀ ਬਣੋ, ਲੋੜ ਪੈਣ ਤੇ ਨਾਲ ਤੇ ਖੜੋ। ਬੜਾ ਅੱਛਾ ਚੱਕਿਆ ਕਿ ਨੁਮਾਇੰਦਿਆਂ ਨੂੰ ਜਦੋਂ ਚੁਣਾਵ ਹੁੰਦੇ ਆ, ਕੁਝ ਵੀ ਚੀਜ਼ ਹੁੰਦੀ ਹੈ, ਜ਼ਰੂਰ ਆਉਂਦੇ ਨੇ, ਲੇਕਿਨ ਜਦੋਂ ਜਿੱਤ ਹੋ ਜਾਂਦੀ ਆ ਤੇ ਸ਼ਾਇਦ ਐਮਐਲਏ ਤਾਂ ਇੱਥੇ ਦਿਖਦੇ ਵੀ ਨਹੀਂ ਹੈ, ਮੰਤਰੀ ਤਾਂ ਚਲੋ ਮੰਨੇ ਆਪਣੀ ਕੋਠੀਆਂ ਵਿੱਚ ਹੁੰਦੇ। ਨਹੀਂ ਲੱਗਦਾ ਕਿ ਇਨ ਛੋਟੇ ਛੋਟੇ ਇਸ਼ੂਜ਼ ਨੂੰ ਵੀ ਚੱਕਣਾ ਚਾਹੀਦਾ, ਕਿਉਂਕਿ ਚਲੋ ਕੁਝ ਮਸਲੇ ਤਾਂ ਸਾਹਮਣੇ ਨਿਕਲ ਕੇ ਆ ਜਾਂਦੇ, ਕੁਝ ਅਜਿਹੇ ਮਸਲੇ ਜਿਹੜੇ ਕਦੇ ਸਾਹਮਣੇ ਵੀ ਨਹੀਂ ਨਿਕਲ ਕੇ ਆਉਂਦੇ ਆ, ਉਹਨਾਂ ਨੂੰ ਕਿੰਨਾ ਸਫਰ ਕਰਨਾ ਪੈਂਦਾ। ਦੇਖੋ ਅਮਨ, ਅੱਜ ਇਹ ਤੁਹਾਡਾ ਬੜਾ ਸੋਹਣਾ ਸਵਾਲ ਹੈ, ਸ਼ਾਇਦ ਲੋਕਾਂ ਨੂੰ ਅੱਜ ਜਵਾਬ ਮਿਲ ਜਾਏਗਾ ਕਿਉਂ ਮਨੀਸ਼ਾ ਗੁਲਾਟੀ ਬੁਰੀ ਲੱਗਦੀ ਹੈ, ਕਿਉਂ ਜਜਮੈਂਟਲ ਹੋ ਜਾਂਦੇ ਨੇ ਲੋਕੀ, ਕਿਉਂਕਿ ਮੈਂ ਸੱਚ ਦੀ ਆਵਾਜ਼ ਬਣੀ ਹੋਈ ਹਾਂ। ਮੇਰੇ ਲਈ ਮੈਂ ਸ਼ੁਕਰ ਕੀਤਾ ਇਲੈਕਸ਼ਨ ਦੀ ਟਿਕਟਾਂ ਅਨਾਉਂਸ ਹੋ ਗਈਆਂ, ਲੋਕੀ जजमेंटल होए सन, शायद इलेक्शन लड़ना चाहती है। जजमेंटल के साथ लोगों को आशा भी थी। नहीं, आशा तो सही नहीं करते। अगर आशा करते हो तो वो इतने जजमेंटल ना हो। आज देखिए, आप एक कंपनी में काम करती हैं, अगर वो कंपनी आपको हरासमेंट कर रही है तो आप कंपनी चेंज करेंगी ना अपनी डिग्निटी के लिए। और अगर अब मनीषा गुलाटी ने कोई डिसीजन लिया अपनी डिग्निटी के लिए, अपने मान को ये आशा थी कि मनीषा गुलाटी भी कोई पॉलिटिकल आगे अपने टिकट लेंगी, जिससे क्योंकि आपका लोगों को इतना आप पे भरोसा है, आपने इतना ट्रस्ट जीता है लोगों का, तो आपको नहीं लगता कि एक बार सियासत में आके लोगों को और कॉन्फिडेंस आएगा? मैंने ये कभी भी नहीं कहा सियासत में नहीं आऊँगी, सियासत में आऊँगी, पर अभी लोगों को अवेयर करने की ज़रूरत है कि आपको इमोशंस की सीढ़ी बनाया जाता है। सियासत का असली रूप रंग तो अभी बाकी है दिखाना लोगों को। ये इलेक्शन के रिजल्ट आ जाए, उसके बाद मेरी कमीशन के ऑफिस के अलहदा जो एक पॉलिटिकल, एक सियासत 70 साल की और एक 10 साल की सियासत का एक रूप मैं लोगों को दिखाना चाहती हूँ। उसके बाद 5 साल अभी लोगों की सेवा कर लें। लोग जो ये जजमेंटल होते हैं, मुझे लगता है ये सारे इनोसेंट लोग हैं, इनके पास्ट एक्सपीरियंस ऐसे हैं जो उनको ये जजमेंटल होने पे मजबूर कर देते हैं। पर मैं बार बार कहूँगी कि इमोशंस की सीढ़ी खड़ी की जाती है, एग्जाम्पल सामने है। बेटा तुहानू कोई पॉलिटिकल नुमाइंदा देखन आया? सुनिए,
कोई पॉलिटिकल नुमाइंदा और ये अगर इलेक्शन से पहले होता तो शायद यहाँ पर भीड़ लगी होती। देखिए आज ये स्ट्रांगली मैसेज है उन हेटर्स के लिए, उन ट्रोलर्स के लिए, कि कहते हैं मनीषा गुलाटी को लेके, मनीषा गुलाटी किक मारती है ऐसे लोगों को कि गो टू हेल, हु आर यू, इट्स माय डिसीजन। ये मैंने अपना, मेरा एक विजन है वुमेन्स को लेके। एक एग्जाम्पल, चूड़ा डाला हुआ है लड़की ने, 1 महीने की शादी, तेजाब डाल दिया गया, और देखिए कोई पॉलिटिकल नुमाइंदा उसका हाल पूछने नहीं आया। क्या सिर्फ वोटों के लिए ही रह गई हैं ये हमारी वुमेन्स और बच्चियाँ? तो जवाब आज आपके पास है, ये है वुमेन्स डे की हकीकत। थैंक यू ਮੈਮ ਜਿਵੇਂ ਅੱਜ ਵੂਮਨ ਡੇਜ਼ ਹੈਗਾ ਵਾ, ਵੈਸੇ ਰੋਜ਼ ਹਰ ਰੋਜ਼ ਹੀ ਵੂਮਨਸ ਦਾ ਹੁੰਦਾ ਵਾ, ਤਾਂ ਕਈ ਤਰ੍ਹਾਂ ਦੇ ਮਸਲੇ ਅਜਿਹੇ ਹੈਗੇ ਨੇ, ਕੀ ਕਹੋਗੇ ਜਾਗਰੂਕਤਾ ਦੀ ਕਮੀ ਹੈਗੀ, ਕੀ ਕਹੋਗੇ? ਜਾਗਰੂਕਤਾ ਦੀ ਕਮੀ ਹੈ, ਔਰਤ ਵੀ ਔਰਤ ਨਾਲ ਪਿਆਰ ਕਰੇ, ਔਰਤ ਔਰਤ ਦਾ ਸਨਮਾਨ ਕਰੇ। ਤੇ ਬਾਕੀ ਅੱਜ ਜਿਹੜੇ ਤੁਸੀਂ ਮਸਲੇ ਤੇ ਆਏ ਹੋ, ਕੀ ਕਿਵੇਂ ਦੇਖਦੇ ਹੋ ਮਸਲੇ ਨੂੰ, ਅੱਜ ਜਿਹੜੇ ਤੁਸੀਂ ਆ ਲੜਕੀ ਦੇ ਘਰੇ ਆਏ ਹੋ? ਦੇਖੋ ਗਰਾਊਂਡ ਜ਼ਮੀਨੀ ਹਕੀਕਤ ਤੋਂ ਤੁਹਾਨੂੰ ਅਵੇਅਰ ਕਰਾਉਣਾ ਚਾਹੁੰਦੀ ਸੀ। ਇਹ ਵੇ ਵੂਮਨ ਐਮਪਾਵਰਮੈਂਟ ਤੇ ਇਹ ਵੇ ਕੁਝ ਨਹੀਂ ਹੋ ਰਿਹਾ। ਸੁਣੋ ਲੜਕੀ ਦੀ ਕਿੰਨੀ ਹਾਲਤ ਮਾੜੀ। ਮੈਮ ਮਾਤਾ ਜੀ ਵੀ ਬਾਹਰ ਆਏ ਸੀ, ਮਾਤਾ ਜੀ ਦਾ ਵੀ ਇੱਕ ਮਸਲਾ ਹੈਗਾ, ਉਹਨਾਂ ਦੀ ਬੇਟੀਆਂ, ਉਹਨਾਂ ਦੀ ਬੇਟੀਆਂ ਵੱਲੋਂ ਇਸ ਤਰ੍ਹਾਂ ਜ਼ਮੀਨ ਹੜੱਪੀ ਗਈ ਹੈ ਤੇ ਉਹ ਭਰਾ ਘਰੇ ਰਹਿਣ ਨੂੰ ਮਜਬੂਰ ਹੈਗੇ ਆ। ਮਾਤਾ ਜੀ ਦਾ ਬਹੁਤ ਹਾਂ ਉਹ ਦੇਖੋ, ਉਹ ਦੇਖਾਂਗੇ ਅਸੀਂ, ਮਾਤਾ ਜੀ ਦੀ ਮਦਦ ਕਰਾਂਗੇ। ਜੇ ਬੇਟੀਆਂ ਗਲਤ ਹੋਈਆਂ, ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਦੇ ਨੱਕ 'ਚ ਰੱਸੀ ਪਾ ਕੇ ਰਾਂਗੀ ਮੈਂ। ਇਹ ਇੱਕ ਧੀਆਂ ਜਿਸ ਮਾਂ ਨੇ 9 ਮਹੀਨੇ ਆਪਣੇ ਪੇਟ 'ਚ ਰੱਖ ਕੇ ਜੰਮੀਆਂ ਨੇ, ਇਸ ਕਰਕੇ ਜੰਮੀਆਂ ਨੇ। ਕੁੜੀਆਂ ਮਾਂ ਦੀ ਢਾਲ ਬਣਦੀਆਂ ਨੇ, ਮੁੰਡਾ ਜੇ ਪੁੱਤਰ ਨਹੀਂ ਹੈਗਾ ਤੇ ਇਸ ਕਰਕੇ ਅੱਜ ਮਾਂ ਰੁਲਦੀ ਫਿਰਦੀ ਹੈ, ਅੱਖਾਂ 'ਚ ਆਂਸੂ ਲੈ ਕੇ ਫਿਰਦੀ ਵੀ ਹੈ। ਤੇ ਅਸੀਂ ਪੂਰੀ ਮਦਦ ਕਰਾਂਗੇ ਉਸ ਮਾਂ ਦੀ। ਇਸ ਵਿੱਚ ਪੁਲਿਸ ਕਿਤਨੇ ਢਿੱਲੀ ਨਜ਼ਰ ਆਈ ਹੈ, ਪੁਲਿਸ ਨੇ ਉਸ ਤਰੀਕੇ ਦੇ ਬਿਆਨ ਨਹੀਂ ਲਿਖੇ ਜੋ ਲੜਕੀ ਨੇ ਲਿਖਵਾਏ ਗਏ ਨੇ, ਕੀ ਕਹੋਗੇ? ਪੁਲਿਸ ਵੀ ਕਿਤਨੇ ਕਾਨੂੰਨ ਆਪਣਾ ਕੰਮ ਕਰੇਗਾ। ਯੈਸ, ਜਿੰਨੇ ਬਿਆਨ ਨਹੀਂ ਲਿਖੇ ਉਹਦੇ ਤੇ ਵੀ ਕਾਰਵਾਈ ਹੋਏਗੀ, ਇਨਵੈਸਟੀਗੇਸ਼ਨ ਦੇ ਮੈਟਰ ਤੇ ਤੁਹਾਡੇ ਨਾਲ ਗੱਲ ਕਰਨ ਦੀ ਨੰਬਰ ਦੇ ਦਿੰਦੇ। ਤਾਂ ਇਸ ਨੂੰ ਮੈਡਮ ਮਨੀਸ਼ਾ ਗੁਲਾਟੀ ਤਾਂ ਉਹਨਾਂ ਸਾਫ਼ ਤੌਰ ਤੇ ਕਹਿਣਾ ਵੀ ਕਾਨੂੰਨ ਆਪਣਾ ਕੰਮ ਕਰੇਗਾ। 2 ਮਸਲੇ ਅੱਜ ਇੱਥੇ ਆਏ ਨੇ, ਇੱਕ ਪਾਸੇ ਜਿੱਥੇ ਲੜਕੀ ਨੂੰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਆ, ਦੂਜੇ ਪਾਸੇ ਇੱਥੇ ਮਾਤਾ ਵੱਲੋਂ ਕੇਸ ਦਿੱਤਾ ਗਿਆ ਸੀ ਵੀ ਉਹਨਾਂ ਦੀ ਮਾਤਾ ਦੀਆਂ ਕੁੜੀਆਂ ਵੱਲੋਂ ਨੇ ਜ਼ਮੀਨ ਹੜੱਪ ਲਈ ਸੀ ਤੇ ਮਾਤਾ ਆਪਣੀ ਕੁੜੀ ਦੇ ਭਰਾ ਦੇ ਘਰੇ ਰਹਿਣ ਲਈ ਮਜਬੂਰ ਆ। ਤਾਂ ਦੇਖਦੇ ਹਾਂ ਅੱਗੇ ਇਹਨਾਂ ਦੋਨਾਂ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ।